ਜੇ ਤੁਸੀਂ ਕਹੋ ਵੀ ਆ ਫੈਬਰਵਰੀ ਤੋਂ ਲੈ ਕੇ ਹੁਣ ਤੱਕ 25-30% ਜਿਹੜੇ ਪ੍ਰਾਈਸਿਸ ਡਿੱਗੇ ਨੇ, ਬਈ ਤੁਸੀਂ ਕਹੋ ਜੀ ਉਹ ਅਗਲੇ 6 ਮਹੀਨੇ ਸਾਲ ਦੇ ਅੰਦਰ 2 ਸਾਲ ਦੇ ਅੰਦਰ ਰਿਕਵਰ ਹੋ ਜਾਣਗੇ। ਨੋ, ਆਈ ਡਾਊਟ ਇਟ ਵੈਰੀ ਮਚ। ਹਾਊਸਿੰਗ ਉੱਤੇ ਗਈ ਤਾਂ ਬੱਲੇ ਬੱਲੇ, ਹਾਊਸਿੰਗ ਥੱਲੇ ਗਈ ਤਾਂ ਸਮਝੋ ਕਿ ਬਿਲਕੁਲ ਸਵਾਹ ਆ। ਉਹ ਲੋਕੀ ਜਿਹੜੇ ਆ ਲੜਲਾ ਚ ਮਤਲਬ ਕੁੱਦ ਗਏ ਵੀ ਚਲੋ ਜੀ ਇਹਨੇ 2 ਘਰ ਲਏ ਆ, ਮੈਂ ਵੀ 4 ਘਰ ਲੈ ਲਾਂ, ਪਰ ਇਹ ਨਹੀਂ ਦੇਖਿਆ ਵੀ ਮੇਰੀ ਇੰਨੀ ਕੈਸ਼ ਫਲੋ ਹੈਗਾ ਆ। ਕਈ ਲੋਕੀ ਜਿਹੜੇ ਇਸ ਤਰ੍ਹਾਂ ਮਤਲਬ ਘਰ ਬੁੱਕ ਕਰਾ ਦਿੰਦੇ, ਤੁਸੀਂ ਦੇਖੋ ਉੱਥੇ ਕਹਿੰਦੇ ਜੀ ਆ ਫਲਾਣੀ ਯੂਨੀਵਰਸਿਟੀ ਕੋਲ ਕੌਂਡੋ ਬਣ ਰਹੀ ਜੀ, ਤੁਹਾਡੇ ਕੱਲ੍ਹ ਨੂੰ ਬੱਚੇ ਨੇ ਪੜ੍ਹਨਾ ਜੀ। ਬੱਚਾ ਹਲੇ 2 ਸਾਲ ਦਾ, 16 ਸਾਲ ਬਾਅਦ ਬੱਚੇ ਨੇ ਪਤਾ ਨਹੀਂ ਕਿਹੜੀ ਰਾਜ ਦੀ ਪ੍ਰਜਾ ਹੋਣੀ ਆ, ਬੁੱਕ ਕਰ ਦਿੰਦੇ ਆ ਜੀ। ਕਿਉਂਕਿ ਰਿਐਲਟਰ ਦਾ ਇਹ ਕਹਿੰਦੇ ਨੇ ਕੋਈ ਨਹੀਂ 2-3 ਮਹੀਨੇ ਦੀ ਗੱਲ ਹੈ, ਕਿਉਂਕਿ ਰਿਐਲਟਰ ਤੇ ਮਤਲਬ ਤੁਹਾਨੂੰ ਸਹੀ ਗਾਈਡ ਨਹੀਂ ਕਰ ਰਹੇ। 3-4 ਸਾਲ ਲੱਗਣਗੇ। ਕਿਸੇ ਦੀ ਘਰ ਦੀ ਕਲੋਜ਼ਿੰਗ 2023 ਚ ਹੈ, ਕਿਸੇ ਦੀ 2024 ਚ ਹੈ, ਕਿਸੇ 2025 ਚ ਹੈ, ਤੇ ਇਦਾਂ ਦੇ 2-3 ਸਾਲ ਜਦ ਤੱਕ ਉਹ ਬੰਦੇ ਬਾਹਰ ਨਹੀਂ ਹੁੰਦੇ, ਰੀਅਲ ਇਨਵੈਸਟਰ ਤਾਂ ਹੋਣਗੇ। ਸੁਰਿੰਦਰਪਾਲ ਜੀ, ਇੱਕ ਕਮੈਂਟ ਹੈ ਜਸਵੰਤ ਹੋਰਾਂ ਦਾ ਕਿ ਕੈਨੇਡਾ ਦੀ ਜਿਹੜੀ ਇਕੋਨਮੀ ਹੈ 37% ਇਨਵੈਸਟਮੈਂਟ ਹਾਊਸਿੰਗ ਸੈਕਟਰ 'ਚ ਹੈ, ਬਾਕੀ ਸੈਕਟਰਾਂ ਦੇ ਮੁਕਾਬਲੇ ਇੰਨਾ ਵੱਡਾ ਸੈਕਟਰ ਹੈ, ਤੇ ਇਹਦੇ 'ਚ ਜੇ ਕ੍ਰਾਈਸਿਸ ਹੈ ਤੇ ਓਵਰਆਲ ਇਕੋਨਮੀ ਨੂੰ ਇਹ ਕਿਉਂ ਨਹੀਂ ਇਫੈਕਟ ਕਰੂਗਾ? ਜਦਕਿ ਸਾਡੇ ਲੋਕਾਂ ਨੂੰ, ਜਿਸ ਤਰ੍ਹਾਂ ਮੈਂ ਦੱਸਾਂ ਵੀ ਇੱਕ ਇੰਡੀਅਨ ਭਾਈਚਾਰੇ ਨੂੰ ਜਦੋਂ ਕੋਈ ਸੋਨੇ ਦਾ ਭਾਅ ਥੱਲੇ ਆਇਆ ਤਾਂ ਉਹਦੇ ਮੰਦੀ ਆ ਗਈ, ਜੇ ਜ਼ਮੀਨਾਂ ਦੀ ਕੀਮਤ ਦੇ ਕੀ ਸੋਚਦੇ ਉੱਥੇ ਇੰਡੀਆ 'ਚ ਵੀ ਬਹੁਤ ਮੰਦੀ ਆ ਗਈ। ਔਰ ਜੇ ਇੱਥੇ ਰਿਸੈਸ਼ਨ ਆਉਂਦਾ ਵੀ ਹੈ, ਫਿਲਹਾਲ ਤੇ ਕੋਈ ਚਾਂਸ ਲੱਗਦੇ ਨਹੀਂ, ਜੇ ਆਉਂਦਾ ਵੀ ਹੈ ਇਟ ਵਿਲ ਬੀ ਸ਼ਾਰਟ ਲਿਵਡ, ਇਟ ਵਿਲ ਬੀ ਮਾਈਲਡ। ਸੋ ਹੁਣ ਇਹਦੇ 'ਚ ਫਿਕਰਮੰਦੀ ਹੋ ਰਹੀ ਹਰ ਕਿਸੇ ਨੂੰ। ਜਦੋਂ ਤੁਹਾਨੂੰ ਫਿਕਰ ਹੁੰਦਾ ਤੇ ਫਿਰ ਤੁਹਾਡਾ ਪਹਿਲਾ ਆਬਵੀਅਸ ਸਵਾਲ ਇਹ ਹੁੰਦਾ ਵੀ ਇਹ ਕਿੰਨੀ ਕੁ ਦੇਰ ਚੱਲੂਗਾ ਜੀ। ਸੋ ਤੁਹਾਡੀ ਸਮਝ ਦੇ ਮੁਤਾਬਕ ਜੋ ਇਸ ਵੇਲੇ ਇਕੋਨੋਮਿਸਟ ਨੇ ਜਾਂ ਹੋਰ ਰਿਪੋਰਟਸ ਨੇ, ਉਹ ਕੀ ਤਸਵੀਰ ਪੇਸ਼ ਕਰਦੇ ਨੇ ਐਕਸਪਰਟ ਇਸ ਵੇਲੇ ਜਿਹੜਾ ਜਿਹਨੂੰ ਰਿਸੈਸ਼ਨ ਕਿਹਾ ਜਾ ਰਿਹਾ ਕਿ ਉਹ ਰਿਸੈਸ਼ਨ ਵਾਕਈ ਰਿਸੈਸ਼ਨ ਵੀ ਹੈ ਜਾਂ ਉਹ ਕਿੰਨਾ ਕੁ ਹੋਰ ਅੱਗੇ ਜਾਏਗਾ, ਕਿੰਨੀ ਦੇਰ ਚੱਲੇਗਾ? ਜਿਹੜੇ ਐਕਸਪਰਟ ਨੇ ਉਹ ਕੀ ਕਹਿੰਦੇ ਨੇ? ਦੇਖੋ ਜਸਵੀਰ ਜੀ, ਜੇ ਤੁਸੀਂ ਕਹੋ ਰਿਸੈਸ਼ਨ, ਟੈਕਨੀਕਲੀ ਤੇ ਰਿਸੈਸ਼ਨ ਕੈਨੇਡਾ 'ਚ ਨਹੀਂ ਹੈਗਾ, ਅਮਰੀਕਾ 'ਚ ਹੈਗਾ ਆ, ਇਹ ਮੈਂ ਮੰਨਦਾ ਹਾਂ। ਅਮਰੀਕਾ 'ਚ ਫਸਟ 2 ਕੁਆਰਟਰ 'ਚ GDP ਸ਼ਰਿੰਕ ਕੀਤੀ ਆ, ਸੋ ਅਮਰੀਕਾ ਇਜ਼ ਟੈਕਨੀਕਲੀ ਇਨ ਰਿਸੈਸ਼ਨ। ਕੈਨੇਡਾ ਦੇ ਹਲੇ ਸਾਡੇ ਜੂਨ ਦੇ ਆંકੜੇ ਨਹੀਂ ਆਏ, ਅਪ ਟੂ ਮਈ ਸਾਡੀ GDP ਜਿਹੜੀ ਗਰੋ ਕਰਤੀ ਆ। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਕਿ ਕੁਛ ਇੱਕ ਸੈਕਟਰਸ ਨੇ ਜਿਹੜੇ ਇਕੋਨਮੀ ਦੇ, ਦੇ ਆਰ ਫੀਲਿੰਗ ਲਾਈਕ ਰਿਸੈਸ਼ਨ। ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਕਿ ਹਾਊਸਿੰਗ ਸੈਕਟਰ ਦੀ, ਦੇਖੋ ਸਰ, ਹਾਊਸਿੰਗ ਸੈਕਟਰ ਔਰ ਇਕੋਨਮੀ, ਠੀਕ ਹੈ, ਹਾਊਸਿੰਗ ਇੱਕ ਪਾਰਟ ਹੈ ਇਕੋਨਮੀ ਦਾ, ਲੇਕਿਨ ਜੇ ਹਾਊਸਿੰਗ ਪ੍ਰਾਈਸਿਸ ਸਲੋ ਡਾਊਨ ਹੋਏ ਨੇ, ਦੈਟ ਡਜ਼ਨਟ ਮੀਨ ਕਿ ਰਿਸੈਸ਼ਨ ਆ ਗਿਆ ਹੈ। ਜਦਕਿ ਸਾਡੇ ਲੋਕਾਂ ਨੂੰ, ਜਿਸ ਤਰ੍ਹਾਂ ਮੈਂ ਦੱਸਾਂ ਵੀ ਇੱਕ ਇੰਡੀਅਨ ਭਾਈਚਾਰੇ ਨੂੰ ਜਦੋਂ ਕੋਈ ਸੋਨੇ ਦਾ ਭਾਅ ਥੱਲੇ ਆਇਆ ਤਾਂ ਉਹਦੇ ਮੰਦੀ ਆ ਗਈ, ਜੇ ਜ਼ਮੀਨਾਂ ਦੀ ਕੀਮਤ ਦੇ ਕੀ ਸੋਚਦੇ ਉੱਥੇ ਇੰਡੀਆ 'ਚ ਵੀ ਬਹੁਤ ਮੰਦੀ ਆ ਗਈ, ਤੇ ਉਹ ਚੀਜ਼ ਐਸੀ ਨਹੀਂ ਹੈਗੀ ਸਰ। ਇਹ ਹਾਊਸਿੰਗ ਮਾਰਕੀਟ ਜਿਹੜੀ ਹੈ ਇਹ ਕਰੈਕਸ਼ਨ ਲਈ ਹੈ ਇਹਨੇ, ਔਰ ਇਹ ਕਰੈਕਸ਼ਨ ਡਿਊ ਨਹੀਂ, ਬਹੁਤ ਲੰਬੇ ਸਮੇਂ ਤੋਂ ਓਵਰ ਡਿਊ ਸੀਗੀ। ਜਿੱਥੇ ਤੱਕ ਸਵਾਲ ਹੈ ਕਿ ਇਕੋਨਮੀ ਕਿਸ ਤਰ੍ਹਾਂ ਚੱਲ ਰਹੀ ਹੈ, ਠੀਕ ਹੈ, ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਦਾ ਇਹ ਕੋਸ਼ਿਸ਼ ਹੈ ਕਿ ਸੌਫਟ ਲੈਂਡਿੰਗ ਹੋਣੀ ਚਾਹੀਦੀ ਹੈ, ਰਿਸੈਸ਼ਨ ਨਾ ਆਵੇ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ। ਦੇਖੋ ਚੰਗੀ ਗੱਲ ਇਹ ਹੈਗੀ ਆ ਕਿ ਸਾਡਾ ਅਨਐਮਪਲੋਇਮੈਂਟ ਰੇਟ 40 ਈਅਰ ਲੋ ਹੈਗਾ। ਚਿੰਤਾ ਤਾਂ ਹੋਣੀ ਚਾਹੀਦੀ ਹੈ ਜੇ ਅਨਐਮਪਲੋਇਮੈਂਟ ਰੇਟ ਵੀ ਹਾਈ ਹੋਵੇ, ਇਨਫਲੇਸ਼ਨ ਵੀ ਹਾਈ ਹੋਵੇ, ਤਾਂ ਫਿਰ ਜਿਹੜਾ ਹੈ ਬੈਂਕ ਆਫ ਕੈਨੇਡਾ ਕੋਲ ਜਿਹੜੇ ਬਹੁਤ ਘੱਟ ਚੋਇਸਿਸ ਰਹਿੰਦੇ ਨੇ। ਅਤੇ ਇਨਫਲੇਸ਼ਨ ਜਿਹੜਾ ਹੈ ਇਹ ਬਹੁਤ ਵੱਡਾ ਡੇਂਜਰ ਹੈ, ਬਹੁਤ ਵੱਡਾ ਰਿਸਕ ਹੈ। ਸੋ ਇਨਫਲੇਸ਼ਨ ਨੂੰ ਇਹ ਜ਼ਿਆਦਾ ਛੇਤੀ ਨਜਿੱਠਣਾ ਚਾਹੁੰਦੇ ਆ, ਬਜਾਏ ਕਿ ਇਕੋਨਮੀ ਦੇ। ਜੇ ਇਨਫਲੇਸ਼ਨ ਕਾਬੂ 'ਚ ਆ ਗਈ ਅਤੇ ਇਕੋਨਮੀ ਵੀ ਜਿਹੜੀ ਹੈ ਉਹ ਸਹੀ ਹੋ ਜਾਏਗੀ। ਸ਼ਾਰਟ ਟਰਮ ਪੇਨ ਜ਼ਰੂਰ ਇਹ ਲੈਣਾ ਚਾਹੁੰਦੇ ਆ, ਇਸੇ ਕਰਕੇ ਤੁਸੀਂ ਦੇਖ ਰਹੇ ਹੈ, ਚਾਹੇ ਉਹ ਅਮਰੀਕਾ ਹੈ, ਚਾਹੇ ਉਹ ਕੈਨੇਡਾ ਹੈ, ਮੋਸਟਲੀ ਡਿਵੈਲਪ ਕੰਟਰੀਜ਼ ਨੇ, ਦੇ ਆਰ ਵੈਰੀ ਅਗਰੈਸਿਵ ਇਨ ਰੇਜ਼ਿੰਗ ਇੰਟਰਸਟ ਰੇਟਸ। ਇੰਗਲੈਂਡ ਨੇ ਪਿਛਲੇ ਹਫ਼ਤੇ ਜਿਹੜਾ ਕਰੀਬ ਮੇਰੇ ਖਿਆਲ 13 ਸਾਲ 'ਚ ਪਹਿਲੀ ਵਾਰੀ ਇੰਟਰਸਟ ਵਧਾਇਆ ਜੀ, ਲਗਾਤਾਰ 2 ਕੁਆਰਟਰ ਵਧਾਇਆ। ਸੋ ਦਿਸ ਇਜ਼ ਏ ਗਲੋਬਲ ਫਿਨੋਮੀਨਾ, ਔਰ ਮੈਂ ਸਮਝਦਾ ਜੀ ਕਿ ਕੁਝ ਸੈਕਟਰ ਜਿਹੜੇ ਨੇ ਉਹ ਜ਼ਰੂਰ ਮਹਿਸੂਸ ਕਰ ਰਹੇ ਨੇ ਔਰ ਕਰਦੇ ਰਹਿਣਗੇ। ਔਰ ਜੇ ਇੱਥੇ ਰਿਸੈਸ਼ਨ ਆਉਂਦਾ ਵੀ ਹੈ, ਫਿਲਹਾਲ ਤੇ ਕੋਈ ਚਾਂਸ ਲੱਗਦੇ ਨਹੀਂ, ਜੇ ਆਉਂਦਾ ਵੀ ਹੈ ਇਟ ਵਿਲ ਬੀ ਸ਼ਾਰਟ ਲਿਵਡ, ਇਟ ਵਿਲ ਬੀ ਮਾਈਲਡ। ਜਿਸ ਤਰ੍ਹਾਂ 2008 'ਚ ਤੁਸੀਂ ਦੇਖੋ, 2008 'ਚ ਰਿਸੈਸ਼ਨ ਪੂਰੀ ਦੁਨੀਆ 'ਚ ਬਹੁਤ ਜ਼ਬਰਦਸਤ ਆਇਆ ਸੀ। ਕੈਨੇਡਾ ਨੂੰ ਜਿਹੜਾ ਹੈ ਇਹ ਬਿਲਕੁਲ ਕਹਿ ਲਓ ਕਿ ਟੱਚ ਕਰਕੇ ਨਿਕਲ ਗਿਆ। ਕੋਈ ਇੰਨਾ ਵੱਡਾ ਰਿਸੈਸ਼ਨ ਕੈਨੇਡਾ 'ਚ ਨਹੀਂ ਦੇਖਣ ਨੂੰ ਮਿਲਿਆ। ਲੇਕਿਨ ਹਾਊਸਿੰਗ ਮਾਰਕੀਟ ਦੀ ਜਿਹੜੀ ਕਰੈਕਸ਼ਨ ਹੈ
ਉਹ ਇੰਨੀ ਛੇਤੀ ਰਿਕਵਰੀ ਨਹੀਂ ਹੋਣ ਵਾਲੀ। ਜੇ ਤੁਸੀਂ ਕਹੋ ਵੀ ਆ ਫੈਬਰੂਰੀ ਤੋਂ ਲੈ ਕੇ ਹੁਣ ਤੱਕ 25-30% ਜਿਹੜੇ ਪ੍ਰਾਈਸਿਸ ਡਿੱਗੇ ਨੇ, ਬਈ ਤੁਸੀਂ ਕਹੋ ਜੀ ਉਹ ਅਗਲੇ 6 ਮਹੀਨੇ ਸਾਲ ਦੇ ਅੰਦਰ 2 ਸਾਲ ਦੇ ਅੰਦਰ ਰਿਕਵਰ ਹੋ ਜਾਣਗੇ। ਨੋ, ਆਈ ਡਾਊਟ ਇਟ ਵੈਰੀ ਮਚ। ਇਟ ਵਿਲ ਟੇਕ ਅ ਲੌਂਗਰ ਪੀਰੀਅਡ ਆਫ ਟਾਈਮ। ਲੇਕਿਨ ਜਿਹੜੀ ਇਕੋਨਮੀ ਦੀ ਸਿਚੁਏਸ਼ਨ ਹੈ ਮੇਰੇ ਹਿਸਾਬ ਨਾਲ ਜੀ ਉਹ ਛੇਤੀ ਠੀਕ ਹੋ ਜਾਏਗੀ। ਓਕੇ, ਪਰ ਜਿਵੇਂ ਜਿਹੜਾ ਕਿਉਂਕਿ ਯੂਐਸ ਦੀ ਇਕੋਨਮੀ ਦਾ ਸਾਡੇ ਤੇ ਬਹੁਤ ਇੰਪੈਕਟ ਪੈਂਦਾ ਜੀ, ਕਿ ਉਹ ਚੀਜ਼ ਤੁਹਾਨੂੰ ਉਸ ਪਾਸੋਂ ਤੁਹਾਨੂੰ ਖਤਰਾ ਨਹੀਂ ਲੱਗਦਾ ਕਿ ਜੇ ਯੂਐਸ ਇਕੋਨਮੀ ਦਾ ਜਿਹੜਾ ਇਹ ਕੰਟੀਨਿਊ ਰਹਿੰਦਾ ਕ੍ਰਾਈਸਿਸ, ਜੀ, ਇਹ ਹੌਲੀ ਹੌਲੀ ਜਿਹੜੀ ਕੈਨੇਡਾ ਦੀ ਜਿਹੜੀ ਇਕੋਨਮੀ ਉਹਦੇ ਲਈ ਵੀ ਚੈਲੰਜਿੰਗ ਸਿਚੁਏਸ਼ਨ ਬਣਦੀ ਜਾਏਗੀ। ਯੂਐਸ ਦੀ ਸਿਚੁਏਸ਼ਨ ਜਸਵੀਰ ਜੀ ਪਿਛਲੇ ਵੀਕ ਤੇ ਜਿਹੜੇ ਉਹਨਾਂ ਦੇ ਆંકੜੇ ਆਏ ਆ ਜੁਲਾਈ ਦੇ, ਦੇ ਹੈਵ ਐਡਡ 528,000 ਜੌਬਸ। ਐਕਸਪੈਕਟਡ ਸੀ ਸਿਰਫ 2.5 ਲੱਖ ਜੌਬਸ। ਕੈਨੇਡਾ ਨੇ ਲੂਜ਼ ਕੀਤੀਆਂ, ਕੈਨੇਡਾ ਨੇ 31,000 ਜੌਬਸ ਲੂਜ਼ ਕੀਤੀਆਂ। ਇਸ ਦੇ ਬਾਵਜੂਦ ਕਿ ਜੂਨ ਦੇ ਅੰਦਰ ਕੈਨੇਡਾ ਨੇ 43,000 ਜੌਬਸ ਲੂਜ਼ ਕੀਤੀਆਂ ਸੀ। ਬੈਕ ਟੂ ਬੈਕ ਲਗਾਤਾਰ 2 ਮੰਥ ਜਿਹੜੇ ਆ ਸਾਡੇ ਉਹ ਲਾਸ 'ਚ ਗਏ ਆ। ਤੇ ਆਈ ਥਿੰਕ ਦੈਟ ਬੈਂਕ ਆਫ ਕੈਨੇਡਾ ਵਿਲ ਨਾਟ ਬੀ ਐਜ਼ ਅਗਰੈਸਿਵ ਐਜ਼ US ਫੈਡ ਰਿਜ਼ਰਵ ਵਿਲ ਬੀ। ਜਿਸ ਤਰ੍ਹਾਂ ਅਸੀਂ ਹੁਣ ਗੱਲ ਕਰ ਰਹੇ ਹਾਂ ਜਸਵੀਰ ਜੀ, 8:30 ਵਜੇ ਅੱਜ US ਦੇ ਇਨਫਲੇਸ਼ਨ ਦੇ ਆંકੜੇ ਆਉਣੇ ਆ। ਜੇਕਰ US ਦੇ ਇਨਫਲੇਸ਼ਨ ਦੇ ਆંકੜੇ ਪਿਛਲੇ ਮੰਥ ਜਿੰਨੇ ਆਉਂਦੇ ਆ ਜਾਂ ਕਰੀਬ 8.8% ਦੇ ਕਰੀਬ ਆਉਂਦੇ ਆ, ਮੇਰੇ ਹਿਸਾਬ ਨਾਲ ਇਹ ਚੰਗੀ ਖਬਰ ਹੋਏਗੀ। ਫਿਰ ਜਿਹੜਾ ਹੈ ਮਤਲਬ ਇੰਟਰਸਟ ਤੇ ਫਿਰ ਵੀ ਵਧਣਗੇ, ਲੇਕਿਨ ਘੱਟ ਵਧਣਗੇ ਔਰ ਜਿਹੜਾ ਹੈ ਇਹ ਇਕੋਨਮੀ ਨੂੰ ਝਟਕਾ ਘੱਟ ਲੱਗੂਗਾ। ਸਰ ਸੁਰਿੰਦਰਪਾਲ ਜੀ, ਤੁਸੀਂ ਇਹ ਗੱਲ ਕਹੀ ਕਿ ਹਾਊਸਿੰਗ ਦਾ ਜਿਹੜਾ ਪ੍ਰਾਈਸਿਸ ਥੱਲੇ ਆਈਆਂ ਨੇ, ਇਹ ਕ੍ਰਾਈਸਿਸ ਅਜੇ ਲੰਬਾ ਚੱਲੇਗਾ ਜੀ। ਇਹਨੂੰ ਅਜੇ 2-3 ਸਾਲ ਲੱਗ ਜਾਣਗੇ ਇਹਨੂੰ ਠੀਕ ਹੋਣ ਨੂੰ। ਪਰ ਹਾਊਸਿੰਗ ਦੇ ਆਲੇ ਦੁਆਲੇ ਸਾਡੀ ਇਕੋਨਮੀ ਬਹੁਤ ਬੁਰੀ ਤਰ੍ਹਾਂ ਬੁਣੀ ਹੋਈ ਹੈ, ਸਪੈਸ਼ਲੀ ਸਾਡੀ ਕਮਿਊਨਿਟੀ 'ਚ ਜੀ। ਤੇ ਜੇ ਉਹਨੂੰ ਅਜੇ ਟਾਈਮ ਲੱਗਣਾ ਤੇ ਬਾਕੀ ਐਕਟੀਵਿਟੀ ਜਾਂ ਬਾਕੀ ਇਕੋਨਮੀ ਕਿੰਨਾ ਕੁ ਉਸ ਤੋਂ ਬਚ ਸਕਦੀ ਹੈ, ਕਿੰਨੇ ਕੁ ਟਾਈਮ 'ਚ ਸਾਰੀਆਂ ਚੀਜ਼ਾਂ, ਸਾਰੀ ਜਿਹੜੀ ਬਿਜ਼ਨਸ ਜਿਵੇਂ ਹੁਣ ਘਟੇ ਲੱਗਦੇ ਨੇ ਨਾਰਮਲ ਹੋਣਾ ਸ਼ੁਰੂ ਹੋਣਗੇ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਸਰ, ਹਾਊਸਿੰਗ ਐਜ਼ ਯੂ ਸੈਡ ਇਜ਼ ਅ ਵੈਰੀ ਬਿਗ ਪਾਰਟ ਆਫ ਦਾ ਇਕੋਨਮੀ ਔਰ ਖਾਸ ਤੌਰ 'ਤੇ ਸਾਡੀ ਕਮਿਊਨਿਟੀ ਜਿਹੜੀ ਆ ਉਹ ਹਾਊਸਿੰਗ ਦੇ ਨਾਲ ਹੀ ਇਹਨੂੰ ਇੰਡੈਕਸ ਮੰਨਦੀ ਹੈ। ਹਾਊਸਿੰਗ ਉੱਤੇ ਗਈ ਤਾਂ ਬੱਲੇ ਬੱਲੇ, ਹਾਊਸਿੰਗ ਥੱਲੇ ਗਈ ਤਾਂ ਸਮਝੋ ਕਿ ਬਿਲਕੁਲ ਸੁਆਹ ਆ। ਲੇਕਿਨ ਇਹ ਚੀਜ਼ ਨਹੀਂ ਹੈ ਸਰ। ਇੱਥੇ ਜਦੋਂ ਹੁਣ ਤੁਸੀਂ ਦੇਖੋ ਇਮੀਗ੍ਰੇਸ਼ਨ ਖੁੱਲ੍ਹ ਗਈ, ਸਰਵਿਸਿੰਗ ਸੈਕਟਰ ਸਹੀ ਹੋਊਗਾ, ਮੈਨੂਫੈਕਚਰਿੰਗ ਸੈਕਟਰ ਸਹੀ ਹੋਊਗਾ, ਸੋ ਅਦਰ ਸੈਕਟਰਸ, ਕਮੋਡਿਟੀ ਸੈਕਟਰਸ ਹੈਗਾ ਆ। ਅਤੇ ਇਹ ਸੈਕਟਰ ਜਿਹੜੇ ਠੀਕ ਹੈਗੇ ਨੇ। ਟਰੈਵਲ ਐਂਡ ਟੂਰਿਜ਼ਮ ਹੈ ਸਰ। ਟਰੈਵਲ ਐਂਡ ਟੂਰਿਜ਼ਮ ਬਿਲਕੁਲ ਮਤਲਬ ਹਲੇ ਬਹਾਲ ਨਹੀਂ ਹੋਇਆ ਪੂਰਾ। ਔਰ ਜਦੋਂ ਬਹੁਤ ਸਾਰੀ ਦੁਨੀਆ ਕੈਨੇਡਾ ਘੁੰਮਣ ਆਉਣਾ ਚਾਹੁੰਦੀ ਹੈ ਬਾਹਰਲੇ ਮੁਲਕਾਂ ਤੋਂ, ਤਾਂ ਜਦੋਂ ਸਾਰਾ ਟਰੈਵਲ ਐਂਡ ਟੂਰਿਜ਼ਮ ਵੀ ਸਹੀ ਹੋ ਗਿਆ ਤੇ ਆਈ ਥਿੰਕ ਜਿਹੜਾ ਹਾਊਸਿੰਗ ਸੈਕਟਰ ਦਾ ਥੋੜ੍ਹਾ ਬਹੁਤ ਜਿਹੜਾ ਝਟਕਾ ਆ ਤੇ ਇਕੋਨਮੀ ਸਹਾਰ ਲਏਗੀ ਜੀ। ਔਰ ਕੋਈ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਸਰ। ਨਹੀਂ, ਪਰ ਜਿਵੇਂ ਹੁਣ ਮਤਲਬ ਕਿਉਂਕਿ ਹਾਊਸਿੰਗ ਤੋਂ ਤਾਂ ਤਕਰੀਬਨ ਫਿਰ ਕਿਉਂਕਿ ਹਰ ਕੋਈ ਉਹਦੇ 'ਚ ਇਨਵੈਸਟਰ ਬਣ ਗਿਆ ਨਾ। ਹਾਊਸਿੰਗ ਉਹਦੀ ਪ੍ਰੋਬਲਮ ਇਹ ਸੀ, ਇਹ ਤਾਂ ਹੈ ਨਹੀਂ ਸੀ ਕਿ ਥੋੜ੍ਹੇ ਲੋਕ ਇਨਵੈਸਟਰ ਸੀ। ਯੈਸ, ਹਰ ਬੰਦਾ ਹੀ ਇਨਵੈਸਟਰ ਬਣ ਗਿਆ ਹਾਊਸਿੰਗ। ਯੈਸ, ਤੇ ਇਸ ਕਰਕੇ ਇੰਪੈਕਟ ਵੀ ਸਾਰਿਆਂ 'ਤੇ ਪੈ ਰਿਹਾ। ਸਰ ਉਹ ਦੇਖੋ ਨਾ, ਪਹਿਲਾਂ ਹੋਮ ਓਨਰ ਤੋਂ ਫਿਰ ਫਲਿੱਪਰ ਬਣਿਆ, ਫਲਿੱਪਰ ਤੋਂ ਫਿਰ ਇਨਵੈਸਟਰ ਬਣ ਗਿਆ। ਹਾਂਜੀ, ਉਹ ਬੇਸਿਕਲੀ ਕੋਈ ਸਟ੍ਰੈਟਜੀ ਤਾਂ ਹੈ ਨਹੀਂ ਸੀਗੀ। ਹਾਂਜੀ, ਉਹ ਲੋਕੀ ਜਿਹੜੇ ਆ ਲੜਲਾ ਚ ਮਤਲਬ ਕੁੱਦ ਗਏ ਵੀ ਚਲੋ ਜੀ ਇਹਨੇ 2 ਘਰ ਲਏ ਆ, ਮੈਂ ਵੀ 4 ਘਰ ਲੈ ਲਾਂ। ਪਰ ਇਹ ਨਹੀਂ ਦੇਖਿਆ ਵੀ ਮੇਰੀ ਇੰਨੀ ਕੈਸ਼ ਫਲੋ ਹੈਗਾ ਆ ਕਿ ਕੱਲ੍ਹ ਨੂੰ ਜੇ ਨੋਰਮਲਾਈਜ਼ ਇੰਟਰਸਟ ਰੇਟ ਹੁੰਦੇ ਨੇ, ਨਾਰਮਲ ਇੰਟਰਸਟ ਰੇਟ 6% ਹੈ ਜੀ, ਅਤੇ ਜਦੋਂ ਸਬਡਿਊਡ ਇੰਟਰਸਟ ਰੇਟ 1.25% ਸੀਗਾ ਤਾਂ ਤੁਸੀਂ ਚੱਕੀ ਜਾ ਰਹੇ ਸੀਗੇ। ਲੇਕਿਨ ਤੁਸੀਂ ਕੈਲਕੂਲੇਸ਼ਨ ਆਪਣੀ 6% ਨਾ ਕਰੋ। ਔਰ ਹਾਲਾਂਕਿ ਬੇਸ਼ੱਕ ਰੈਂਟਲ ਪ੍ਰਾਈਸਿਸ ਵਧੇ ਨੇ, ਪਰ ਸਟਿਲ ਜਿਹੜੀ ਹੈ ਤੁਸੀਂ ਦੇਖੋ ਇਨਵੈਸਟਰ ਕਿਉਂ ਨਹੀਂ ਕੁੱਦ ਰਹੇ ਇਸ ਟਾਈਮ? ਕਿਉਂ ਨਹੀਂ ਇਨਵੈਸਟਰ ਕੁੱਦ ਰਹੇ? ਬਈ ਰੈਂਟ ਪ੍ਰਾਈਸਿਸ ਦੇਖੋ ਪਿਛਲੇ 1 ਸਾਲ 'ਚ 25-30% ਵਧੇ ਨੇ। ਕਿਉਂ ਨਹੀਂ ਇਨਵੈਸਟਰਸ ਇਸ ਟਾਈਮ ਮਾਰਕੀਟ 'ਚ ਆ ਰਹੇ? ਕਿਉਂਕਿ ਨੰਬਰਸ ਡੂ ਨਾਟ ਮੇਕ ਐਨੀ ਸੈਂਸ। ਕਿਉਂਕਿ ਜੇ ਤੁਸੀਂ ਹਿਸਾਬ ਲਾਓ ਬਈ 6% ਤੁਸੀਂ ਮੌਰਗੇਜ ਦਿੰਨੀ ਹੈ ਔਰ ਤੁਹਾਡਾ ਕਿੰਨਾ ਰੈਂਟ ਆਉਂਦਾ ਹੈ, ਅਤੇ ਉਹ ਤੁਹਾਡੇ ਜਿਹੜਾ ਕੈਸ਼ ਫਲੋ ਪੋਜ਼ੀਟਿਵ ਪ੍ਰੋਪਰਟੀ ਹੁੰਦੀ ਹੀ ਨਹੀਂ ਹੈ। ਜੇ 20-25% ਤੁਸੀਂ ਡਾਊਨ ਦਿੰਦੇ ਆ ਅਤੇ ਇਨਵੈਸਟਰ ਕੋਈ ਇੰਨਾ ਮੂਰਖ ਤਾਂ ਹੈ ਨਹੀਂ। ਔਰ ਨਾ ਹੀ ਇਨਵੈਸਟਰ ਇਮੋਸ਼ਨਲ ਹੁੰਦੇ ਆ। ਇਮੋਸ਼ਨਲ ਜਿਹੜਾ ਇੱਕ ਆਮ ਆਦਮੀ ਹੁੰਦਾ ਆ, ਫਲਿੱਪਰ ਹੁੰਦਾ ਆ। ਕਈ ਲੋਕ ਜਿਹੜੇ ਇਸ ਤਰ੍ਹਾਂ ਮਤਲਬ ਘਰ ਬੁੱਕ ਕਰਾ ਦਿੰਦੇ। ਤੁਸੀਂ ਦੇਖੋ ਉੱਥੇ ਕਹਿੰਦੇ ਜੀ ਆ ਫਲਾਣੀ ਯੂਨੀਵਰਸਿਟੀ ਕੋਲ ਕੌਂਡੋ ਬਣ ਰਹੀ ਜੀ, ਤੁਹਾਡੇ ਕੱਲ੍ਹ ਨੂੰ ਬੱਚੇ ਨੇ ਪੜ੍ਹਨਾ ਜੀ। ਬੱਚਾ ਹਲੇ 2 ਸਾਲ ਦਾ, 16 ਸਾਲ ਬਾਅਦ ਬੱਚੇ ਨੇ ਪਤਾ ਨਹੀਂ ਕਿਹੜੀ ਰਾਜ ਦੀ ਪ੍ਰਜਾ ਹੋਣੀ ਆ, ਬੁੱਕ ਕਰ ਦਿੰਦੇ ਹੈ ਜੀ। ਫਿਰ ਮਹਿਸੂਸ ਕਰਦੇ ਆ। ਨਹੀਂ, ਫਿਰ ਮੇਰਾ ਇਹੀ ਸਵਾਲ ਸੀਗਾ ਵੀ ਇਹ ਮਾਮਲਾ ਤਾਂ ਥੋੜ੍ਹਾ ਜਿਹਾ ਇਹ ਨਾਰਮਲ ਜਿਸ ਤਰੀਕੇ ਨਾਲ ਆਪਾਂ ਇਕੋਨਮੀ ਨੂੰ ਦੇਖਦੇ ਉਹ ਤਾਂ ਥੋੜ੍ਹੀਆਂ ਡਿਫਰੈਂਟ ਚੀਜ਼ਾਂ ਨੇ ਜੀ। ਜਿੱਥੇ ਸਾਰਾ ਸਮਾਜ ਹੀ ਇਨਵੈਸਟਰ ਬਣਿਆ ਜੀ,
ਤੇ ਇਹਦਾ ਫਿਰ ਇੰਪੈਕਟ ਇਹ ਕਿੰਨੀ ਦੇਰ ਚੱਲੂਗਾ? ਇਹ ਇੱਕ ਸਵਾਲ ਮਨ 'ਚ ਆਉਂਦਾ ਵੀ, ਕਿਉਂਕਿ ਹਰੇਕ ਬੰਦੇ ਦੇ ਮਨ 'ਚ ਆਉਂਦਾ, ਹਰੇਕ ਬੰਦਾ ਹੀ ਪੁੱਛਦਾ ਕਿ ਜੀ, ਕਿਉਂਕਿ ਰਿਐਲਟਰ ਤਾਂ ਇਹ ਕਹਿੰਦੇ ਨੇ ਕੋਈ ਨਹੀਂ 2-3 ਮਹੀਨੇ ਦੀ ਗੱਲ ਹੈ, ਕਿਉਂਕਿ ਰਿਐਲਟਰ ਤੇ ਮਤਲਬ ਤੁਹਾਨੂੰ ਸਹੀ ਗਾਈਡ ਨਹੀਂ ਕਰ ਰਹੇ। ਨਹੀਂ, ਕੁਛ ਰਿਐਲਟਰ ਅੱਛੇ ਵੀ ਹੈ ਜੀ, ਮੈਂ ਦੇਖਿਆ 5-10% ਜਿਹੜੇ ਨੇ ਉਹ ਸਹੀ ਤੁਹਾਨੂੰ ਗਾਈਡ ਵੀ ਕਰਦੇ ਨੇ ਔਰ ਤੁਹਾਨੂੰ ਹਕੀਕਤ ਦੱਸਦੇ ਨੇ ਬਈ ਤੁਸੀਂ ਜੇ ਮਤਲਬ ਇਸ ਤਰ੍ਹਾਂ ਦੇ ਹਾਲਾਤ ਹੈ, ਕਹਿਣਗੇ ਨਾ ਲਓ ਜੀ ਜਾਂ ਰੁਕ ਜਾਓ ਜੀ। ਲੇਕਿਨ ਸਵਾਲ ਹੈ ਕਿ ਤੁਹਾਨੂੰ 2-4 ਰਿਐਲਟਰ ਆ ਕੇ ਕਹਿ ਦਿੰਦੇ ਲੈ ਲਓ ਜੀ, ਲੈ ਲਓ, ਇਸ ਤੋਂ ਵਧੀਆ ਟਾਈਮ ਕੋਈ ਨਹੀਂ ਹੈਗਾ। ਲੇਕਿਨ ਜਿਹੜੀ ਅਸੀਂ ਗੱਲ ਕੀਤੀ ਕਿ ਹਾਊਸਿੰਗ ਮਾਰਕੀਟ ਜਿਹੜੀ ਹੈ ਸਰ, ਇਹ ਜਿਹੜੀ ਓਵਰ ਸਪਲਾਈ ਹੋਈ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜੇ ਬੰਦੇ ਇਨਵੈਸਟਰ ਨਹੀਂ ਸੀਗੇ ਲੇਕਿਨ ਉਹ ਇਨਵੈਸਟਰ ਬਣੇ ਹੋਏ ਨੇ, ਜਦ ਤੱਕ ਉਹ ਬੰਦੇ 3-4 ਸਾਲ ਲੱਗਣਗੇ। ਕਿਸੇ ਦੀ ਘਰ ਦੀ ਕਲੋਜ਼ਿੰਗ 2023 'ਚ ਹੈ, ਕਿਸੇ ਦੀ 2024 'ਚ ਹੈ, ਕਿਸੇ 2025 'ਚ ਹੈ, ਅਤੇ ਇੱਦਾਂ ਦੇ 2-3 ਸਾਲ ਜਦ ਤੱਕ ਉਹ ਬੰਦੇ ਬਾਹਰ ਨਹੀਂ ਹੁੰਦੇ, ਰੀਅਲ ਇਨਵੈਸਟਰ ਤਾਂ ਹੋਣਗੇ, ਦੈਨ ਯੂ ਵਿਲ ਸੀ ਇਟ ਵਿਲ ਬੀ ਫਾਈਨ ਜੀ। ਫਿਰ ਤਾਂ ਫਿਰ ਜਿਹੜੀ ਇਹ ਪੇਨ ਹੈ 2-3 ਸਾਲ ਲੰਬੀ ਹੋ ਜਾਊਗੀ। ਆਮ ਬੰਦੇ ਨੂੰ ਕੋਈ ਪੇਨ ਨਹੀਂ ਸਰ, ਇਹ ਪੇਨ ਸਿਰਫ ਜਿਨ੍ਹਾਂ ਨੇ ਵਿੱਚ ਹੱਥ ਸਾੜੇ ਨੇ ਉਹਨਾਂ ਲਈ, ਜਿਨ੍ਹਾਂ ਨੇ ਸਰ ਮਤਲਬ ਅੱਡੀਆਂ ਚੱਕ ਕੇ ਫਾਹਾ ਲਿਆ ਉਹਨਾਂ ਲਈ ਜ਼ਰੂਰ ਪੇਨ ਹੈ ਸਰ। ਪਰ ਉਹਨਾਂ ਦਾ ਫਿਰ ਅਸਰ ਇਕਨੋਮੀ ਤੇ ਵੀ ਪੈਂਦਾ ਨਾ। ਮੇਰਾ ਇਹੀ ਤਾਂ ਸਵਾਲ ਸੀ ਕਿ ਉਹ ਵੀ ਕੋਈ ਛੋਟਾ ਨੰਬਰ ਨਹੀਂ ਹੈ। ਹਾਂ, ਉਹ ਸੈਂਟੀਮੈਂਟਸ ਨੂੰ ਨੈਗੇਟਿਵ ਕਰਦੇ ਸਰ, ਉਹ ਸੈਂਟੀਮੈਂਟਸ ਨੂੰ ਨੈਗੇਟਿਵ ਕਰਦੇ ਨੇ। ਇਹ ਉਹੀ ਲੋਕ ਨੇ ਜਿਹੜੇ ਸੈਂਟੀਮੈਂਟਸ ਨੂੰ ਇੱਕਦਮ ਪੋਜ਼ਿਟਿਵ ਕਰਦੇ ਨੇ। ਇਹ ਉਹੀ ਲੋਕ ਨੇ 97% ਪੀਪਲ ਡਜ਼ਨਟ ਮੈਟਰ। ਉਹ 2-3% ਲੋਕ ਹੀ ਜਿਹੜੇ ਤੁਸੀਂ ਗੱਲ ਕਰ ਰਹੇ ਹੈ, ਉਹੀ ਜਿਹੜੇ ਨੇ ਇਹ ਇਸ ਨੂੰ ਖਰਾਬ ਕਰਦੇ ਆ ਔਰ ਉਹੀ ਲੋਕੀ ਜਿਹੜੇ ਆ ਉਹ ਜ਼ਿਆਦਾ ਸਫਰ ਵੀ ਕਰਦੇ ਆ ਸਰ। ਅੱਛਾ, ਹੁਣ ਤੁਸੀਂ ਕਿਹਾ ਕਿ ਹਾਊਸਿੰਗ ਮੇਨ ਕ੍ਰਾਈਸਿਸ ਹਾਊਸਿੰਗ ਚੋਂ ਪੈਦਾ ਹੋਇਆ, ਉਹਦੇ ਆਲੇ ਦੁਆਲੇ ਘੁੰਮ ਰਿਹਾ ਜੀ, ਪਰ ਬਾਕੀ ਓਵਰਆਲ ਇਕਨੋਮੀ ਤੋਂ ਇੰਨਾ ਮਾਯੂਸ ਹੋਣ ਦੀ ਲੋੜ ਨਹੀਂ। ਪਰ ਬਾਕੀ ਕਿਹੜੇ ਸੈਕਟਰ ਨੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਹੁਣ ਅੱਗੇ ਇਕਨੋਮੀ 'ਚ ਦੀ ਕੋਈ ਪੋਜ਼ਿਟਿਵ ਤਸਵੀਰ ਨਜ਼ਰ ਆ ਰਹੀ ਹੈ? ਸੋ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਸਾਡੀ ਜਾਰੀ ਹੈ। ਸਾਡੇ ਨਾਲ ਸੁਰਿੰਦਰਪਾਲ ਸਿੰਘ ਨੇ ਸਟੂਡੀਓ ਦੇ ਵਿੱਚ। ਅਤੇ ਸੁਰਿੰਦਰਪਾਲ ਜੀ, ਤੁਸੀਂ ਹਾਊਸਿੰਗ ਬਾਰੇ ਗੱਲ ਕੀਤੀ ਹੈ ਕਿ ਹਾਊਸਿੰਗ ਬਿਨਾਂ ਸ਼ੱਕ ਹਾਊਸਿੰਗ 'ਚ ਕ੍ਰਾਈਸਿਸ ਹੈ, ਅਤੇ ਪਰ ਇਕਨੋਮੀ ਸਿਰਫ ਹਾਊਸਿੰਗ ਨਹੀਂ ਹੈ ਜੀ, ਹੋਰ ਚੀਜ਼ਾਂ ਨੇ ਜਿਹੜੀਆਂ ਇੱਕ ਨਾਲ ਪੋਜ਼ਿਟਿਵ ਤਸਵੀਰ ਪੇਸ਼ ਕਰਦੀਆਂ ਨੇ। ਕਿਹੜੇ ਸੈਕਟਰ ਨੇ ਜਿੱਥੇ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਨੂੰ ਲੈ ਕੇ ਤੁਸੀਂ ਕੌਨਫੀਡੈਂਟ ਹੋ ਅਤੇ ਤੁਹਾਨੂੰ ਲੱਗਦਾ ਕਿ ਜਿਹੜਾ ਘਾਟਾ ਝਟਕਾ ਹਾਊਸਿੰਗ ਦੇ ਰਿਹਾ ਉਹਨੂੰ ਉਹ ਬਰਾਬਰ ਕਰ ਦੇਣਗੇ? ਦੇਖੋ ਸਰ, ਸਰਵਿਸਿੰਗ ਸੈਕਟਰ ਹੈ, ਟਰੈਵਲ ਟੂਰਿਜ਼ਮ ਹੈ, ਟੈਕਨੋਲੋਜੀ ਹੈਗਾ, ਕਮੋਡਿਟੀ ਸੈਕਟਰ ਹੈਗਾ ਆ। ਦੇਰ ਸੋ ਮੈਨੀ ਅਦਰ ਸੈਕਟਰਸ ਜਿਹੜਾ ਕਿ ਇਹਨੂੰ ਟੇਕ ਓਵਰ ਕਰ ਲੈਣਗੇ ਔਰ ਹਾਊਸਿੰਗ ਵਿਲ ਬੀ ਆਲਸੋ ਸਟੇਬਲਾਈਜ਼। ਕੋਈ ਇੰਨੀ ਘਬਰਾਉਣ ਵਾਲੀ ਗੱਲ ਵੀ ਨਹੀਂ ਹੈ। ਹਾਊਸਿੰਗ ਠੀਕ ਹੈ, 25-30% ਜਿਹੜੇ ਪ੍ਰਾਈਸਿਸ ਡਿੱਗੇ ਨੇ ਉਹ ਵੀ 2-3 ਸਾਲ ਦੇ ਅੰਦਰ ਸਟੇਬਲਾਈਜ਼ ਹੋ ਜਾਣਗੇ ਸਰ। ਅਤੇ ਪਰ ਹੁਣ ਕ੍ਰਾਈਸਿਸ ਤੇ ਜਿਵੇਂ ਆਟੋ ਸੈਕਟਰ 'ਚ ਵੀ ਹੈ। ਆਟੋ ਸੈਕਟਰ 'ਚ ਜਿਹੜਾ ਕ੍ਰਾਈਸਿਸ ਹੈ ਸਰ, ਉਹਦੀ ਰੀਜ਼ਨ ਡਿਫਰੈਂਟ ਆ। ਆਟੋ ਸੈਕਟਰ 'ਚ ਇਸ ਕਰਕੇ ਕ੍ਰਾਈਸਿਸ ਨਹੀਂ ਹੈ ਵੀ ਕਾਰਾਂ ਵਿਕ ਨਹੀਂ ਰਹੀਆਂ। ਕਾਰਾਂ ਦੀ ਸਰ ਅੱਜ ਕੱਲ੍ਹ ਤੁਸੀਂ ਲੈਣ ਜਾਓ ਤਾਂ ਕਾਰ ਮਿਲਦੀ ਨਹੀਂ 6-6 ਮਹੀਨੇ 8-8 ਮਹੀਨੇ ਤੁਹਾਡੀ ਵੇਟ ਹੈ ਬਿਕਾਜ਼ ਆਫ ਚਿਪਸ ਦੇ ਬਾਰੇ ਤੁਸੀਂ ਦੇਖੋ 2 ਹਫ਼ਤੇ ਪਹਿਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਚਿਪਸ ਦਾ ਇੱਕ ਬਿੱਲ ਲੈ ਕੇ ਆਇਆ, ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਗ੍ਰਾਂਟ ਦੇ ਰਹੇ ਆ ਕੰਪਨੀਜ਼ ਨੂੰ ਕਿ ਚਿਪਸ ਜਿਹੜੀਆਂ ਮੈਨੂਫੈਕਚਰਿੰਗ ਕੰਪਨੀਜ਼ ਜਿਹੜੀਆਂ ਹੈ ਉਹ ਅਮਰੀਕਾ 'ਚ ਲੱਗਣ। ਕਿਉਂਕਿ ਇਸ ਟਾਈਮ ਤੁਸੀਂ ਦੇਖੋ ਚਿਪਸ ਦੀ ਸਭ ਤੋਂ ਵੱਡੀ ਕੰਪਨੀ ਹੈ ਤੈਵਾਨ ਸੈਮੀਕੰਡਕਟਰਸ ਲਿਮਿਟਡ TSM, ਉਹ ਤੈਵਾਨ 'ਚ ਆ ਔਰ ਚਾਈਨਾ ਔਰ ਤੈਵਾਨ ਦਾ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਝਗੜਾ ਚੱਲ ਰਿਹਾ। ਅਤੇ ਇਸ ਕਰਕੇ ਇਹ ਵੀ ਡਰੇ ਹੋਏ ਨੇ ਵੀ ਕੱਲ੍ਹ ਨੂੰ ਜੇ ਜਿਵੇਂ ਇਹ ਯੂਕਰੇਨ 'ਚ ਚਲਾ ਗਿਆ ਰਸ਼ੀਆ, ਜੇ ਵੈਸੇ ਲੱਗਦਾ ਨਹੀਂ ਹੈ ਪਰ ਜੇ 1% ਚਾਂਸ ਹੈ ਜੇ ਚਾਈਨਾ ਤੈਵਾਨ 'ਤੇ ਅਟੈਕ ਕਰ ਦੇ ਅਤੇ ਸੈਮੀਕੰਡਕਟਰ 'ਤੇ ਪੂਰੇ 50% ਜਿਹੜੇ ਦੁਨੀਆ ਦੇ ਆ ਉਹ ਤੈਵਾਨ ਸੈਮੀਕੰਡਕਟਰ ਬਣਾਉਂਦੀ ਆ, ਫਿਰ ਕੀ ਹੋਊਗਾ? ਇਸ ਕਰਕੇ ਪਹਿਲਾਂ ਹੀ ਪ੍ਰੋਐਕਟਿਵ ਮੈਜ਼ਰ ਲਿਆ ਇਹਨਾਂ ਨੇ ਕਿ ਇਹਨਾਂ ਨੇ ਸੈਮੀਕੰਡਕਟਰਸ ਦਾ ਜਿਹੜਾ ਬਿੱਲ ਲੈ ਕੇ ਆਉਂਦਾ। ਕਈ ਕੰਪਨੀਆਂ ਨੂੰ ਗ੍ਰਾਂਟ ਮਿਲ ਰਹੀ ਹੈ ਔਰ ਆਪਣੀ ਪ੍ਰੋਡਕਸ਼ਨ ਵਧਾ ਰਹੀਆਂ ਨੇ। ਇੰਟੈਲ ਹੈ, ਮਾਈਕਰੋਨ ਹੈ, ਇਨਵੀਡੀਆ ਹੈ, ਹੋਰ ਕਈ ਕੰਪਨੀਆਂ ਨੇ ਉਹ ਬਣਾ ਰਹੇ। AMD ਹੈ, ਅਪਲਾਈਡ ਮਟੀਰੀਅਲ ਹੈ, ਅਤੇ ਉਹਨਾਂ ਕੰਪਨੀਆਂ ਨੂੰ ਇਹ ਉਸ ਤੋਂ ਸਹੂਲਤ ਮਿਲੇਗੀ ਔਰ ਕੰਪਨੀਆਂ ਨੂੰ ਪੈਸਾ ਮਿਲੂਗਾ ਸਰਕਾਰੀ। ਅਤੇ ਇਹ ਚਿਪਸ ਦੀ ਜਿਹੜੀ ਸ਼ਾਰਟੇਜ ਹੈਗੀ ਆ ਇਹ ਅਗਲੇ 2-3 ਸਾਲ 'ਚ ਠੀਕ ਹੋ ਜਾਏਗੀ। ਇੱਕ ਕੌਮੈਂਟ ਹੈਗਾ ਬਲਜੀਤ ਹੋਰਾਂ ਦਾ, ਇਹ ਕਹਿ ਰਹੇ ਨੇ ਕਿ US ਦੇ ਵਿੱਚ ਜਿਹੜਾ ਮਿਡ ਟਰਮ ਇਲੈਕਸ਼ਨ ਨਵੰਬਰ 'ਚ ਹੋਣੀ ਆ ਉਹਦੇ ਕਰਕੇ ਰਿਸੈਸ਼ਨ ਨੂੰ ਥੋੜ੍ਹਾ ਜਿਹਾ ਲਮਕਾਇਆ ਜਾ ਰਿਹਾ ਅਤੇ ਇਹ ਜਿਹੜੀਆਂ 2023 ਦੀ ਸਮਰ ਤੋਂ ਪਹਿਲਾਂ ਡਿਕਲੇਅਰ ਕਰ ਦੇਣਗੇ ਉਹ। ਅਤੇ ਨਾਲੋਂ ਨਾਲ ਇਹ ਕਹਿੰਦੇ ਨੇ ਕਿ ਜਿਹੜੇ ਇਹ ਚਾਈਨਾ ਤਾਈਵਾਨ ਕੌਨਫਲਿਕਟ ਹੈ ਉਹਦੇ ਕਰਕੇ ਵੀ ਉਹ 'ਤੇ ਵੀ ਕਈ ਕੁਛ ਡਿਪੈਂਡ ਕਰ ਰਿਹਾ। ਤੁਸੀਂ ਇਸ ਚੀਜ਼ ਬਾਰੇ ਕੀ ਕਮੈਂਟ ਕਰੋਗੇ? ਦੇਖੋ ਸਰ, 2 ਅਲੱਗ-ਅਲੱਗ ਗੱਲਾਂ ਹੈ। ਪਹਿਲੀ ਗੱਲ ਤਾਂ ਇਹ ਹੈ ਜਿਹੜਾ ਤੁਸੀਂ ਕਹਿ ਰਹੇ ਵੀ ਇਹ ਰਿਸੈਸ਼ਨ ਨੂੰ ਲਟਕਾਇਆ ਜਾ ਰਿਹਾ, ਮੈਨੂੰ ਨਹੀਂ ਲੱਗਦਾ ਸਰ, ਕਿਉਂਕਿ ਸਟੈਟਿਸਟਿਕਸ ਜਿਹੜੀ ਹੈ ਉਹਨੂੰ ਤੁਸੀਂ ਝੁਠਲਾ ਨਹੀਂ ਸਕਦੇ ਔਰ ਸਟੈਟਿਸਟਿਕ ਤੁਸੀਂ ਡਿਲੇ ਨਹੀਂ ਕਰ ਸਕਦੇ।
ਸਟੈਟਸ ਨੰਬਰ ਦਿੱਤੇ ਆਲਰੇਡੀ, GDP ਸ਼ਰਿੰਕ ਕੀਤੀ ਹੈ ਅਮਰੀਕਾ ਦੇ ਅੰਦਰ। ਲੇਕਿਨ ਅਮਰੀਕਨਸ ਦੀ ਇੱਕ ਹੋਰ ਬੜੀ ਮਸ਼ਹੂਰ ਗੱਲ ਹੈ, ਅਮਰੀਕਨਸ ਆਰ ਵੈਰੀ ਐਰੋਗੈਂਟ। ਉਹ ਜਦੋਂ ਰਿਸੈਸ਼ਨ 'ਚ ਹੁੰਦੇ ਕਦੀ ਨਹੀਂ ਮੰਨਦੇ ਅਸੀਂ ਰਿਸੈਸ਼ਨ 'ਚ ਹੈਗੇ ਹਾਂ। ਜਦੋਂ ਲੰਘ ਜਾਂਦਾ ਨਾ ਫਿਰ ਕਹਿੰਦੇ ਹਾਂ ਤੁਸੀਂ ਉਦੋਂ ਠੀਕ ਕਹਿ ਰਹੇ ਸੀਗੇ। ਉਦੋਂ ਕਹਿੰਦੇ ਆ ਵੀ ਤੁਸੀਂ ਉਦੋਂ ਠੀਕ ਕਹਿ ਰਹੇ ਸੀਗੇ। ਸੋ ਦਿਸ ਇਜ਼ ਵੈਰੀ ਪਰਟੀਕੂਲਰ ਅਬਾਊਟ ਅਮਰੀਕਾ। ਅੱਜ ਦੀ ਨਹੀਂ ਗੱਲ ਹੈ, ਪਿਛਲੇ 20-30 ਸਾਲ ਤੋਂ ਇਦਾਂ ਹੀ ਹੈ। ਸੋ ਅਮਰੀਕਾ ਟੈਕਨੀਕਲੀ ਰਿਸੈਸ਼ਨ 'ਚ ਹੈਗਾ ਆ। ਹਾਂ, ਜਿਹੜੀ ਤੁਸੀਂ ਗੱਲ ਕਹੀ ਤਾਇਵਾਨ ਦੀ ਜਾਂ ਜਿਹੜੀ ਹੈ ਕੁਝ ਚੀਜ਼ਾਂ ਦੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਡੈਫਰ ਕਰ ਰਹੀ ਹੈ ਬਿਕਾਜ਼ ਆਫ ਮਿਡ ਟਰਮ ਇਲੈਕਸ਼ਨਸ। Yes, definitely. They are not deferring recession. Recession is already there. They are deferring few tariff bills. Trump ਸਾਹਿਬ ਨੇ ਜਦੋਂ ਆਏ ਸੀ, ਤੁਹਾਨੂੰ ਪਤਾ ਹੈ, ਉਹਨਾਂ ਨੇ ਬੜੇ ਚਾਈਨੀਜ਼ ਗੁੱਡਸ ਤੇ ਹੈਫਟੀ ਟੈਰਿਫ ਲਗਾਈ ਸੀ। ਸੇ ਉਹ ਕੁਝ ਸਮੇਂ ਤੱਕ ਤਾਂ ਦੇਖੋ ਜਿੱਥੇ ਟੈਰਿਫ ਲਗਾਈ ਸੀਗੇ ਕੰਪਨੀਆਂ ਚੱਲਦੀਆਂ ਰਹੀਆਂ। ਅਲਟੀਮੇਟਲੀ ਦੇ ਪਾਸ ਔਨ ਟੂ ਦ ਕੰਜ਼ਿਊਮਰਸ। ਉਹਦੇ ਕਰਕੇ ਵੀ ਇਨਫਲੇਸ਼ਨ ਬਹੁਤ ਵਧੀ ਹੈ। ਇਨਫਲੇਸ਼ਨ ਇਜ਼ ਦ ਬਿਗੇਸਟ ਥ੍ਰੈਟ। ਔਰ ਜੇ ਇਨਫਲੇਸ਼ਨ ਨੂੰ ਸਹੀ ਕਰਨਾ ਹੈ ਤੇ ਅਮਰੀਕਾ ਨੂੰ ਉਹਨਾਂ ਗੁੱਡਸ ਤੇ ਜਿਹੜੀਆਂ ਕਿ ਡਾਇਰੈਕਟ ਇਫੈਕਟ ਕਰਦੀਆਂ ਕੰਜ਼ਿਊਮਰ ਨੂੰ, ਉਹਨਾਂ ਗੁੱਡਸ ਤੇ ਉਹ ਟੈਰਿਫ ਘਟਾਉਣਾ ਪੈਣਾ ਜਾਂ ਖਤਮ ਕਰਨਾ ਪੈਣਾ। ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਲੇਕਿਨ ਉਹ ਚੀਜ਼ ਜਿਹੜੀ ਹੈ ਮਿਡ ਟਰਮ ਇਲੈਕਸ਼ਨਸ ਤੋਂ ਬਾਅਦ ਕਰਨਗੇ, ਕਿਉਂਕਿ ਐਜ਼ ਆਫ ਨਾਓ ਜੇ ਹੁਣ ਕਰ ਦੇਣ ਤੇ ਜਿਹੜਾ ਅਮਰੀਕਨਸ ਦਾ ਐਟੀਟਿਊਡ ਹੈ ਉਹ ਟੋਟਲੀ ਅਗੇਂਸਟ ਚਾਈਨਾ ਹੈ ਤੇ ਉਹ ਪੋਲੀਟੀਕਲੀ ਵੋਟਸ ਉਹਨਾਂ ਦੀਆਂ ਲੂਜ਼ ਹੋਣਗੀਆਂ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਚਾਈਨੀਜ਼ ਗੁੱਡਸ ਤੇ ਜਿਹੜੀ ਟੈਰਿਫ ਹੈ ਉਹ ਰੀਵਿਜ਼ਿਟ ਜਿਹੜਾ ਹੈ ਆਫਟਰ ਮਿਡ ਟਰਮ ਇਲੈਕਸ਼ਨਸ ਕਰਨਗੇ ਔਰ ਇਨਫਲੇਸ਼ਨ ਕਾਫੀ ਹੱਦ ਤੱਕ ਨਜਿੱਠੀ ਜਾਏਗੀ। ਔਰ ਮੈਂ ਹੁਣੇ ਜਦੋਂ ਬ੍ਰੇਕ ਦੇ ਅੰਦਰ ਮੈਂ ਦੇਖ ਰਿਹਾ ਸੀ ਜੀ, ਹੁਣੇ ਜਿਹੜੇ ਇਨਫਲੇਸ਼ਨ ਦੇ ਨੰਬਰ ਵੀ ਆਏ ਆ ਅਮਰੀਕਾ ਦੇ ਉਹ ਚੰਗੇ ਆਏ ਆ, ਯਾਨੀ ਕਿ ਕੋਰ ਇਨਫਲੇਸ਼ਨ ਘਟੀ ਹੈ, ਵਧੀ ਨਹੀਂ ਹੈਗੀ ਆ। ਸੋ ਇਹ ਬਹੁਤ ਚੰਗੀ ਗੱਲ ਆ। ਤੇ ਇਨਫਲੇਸ਼ਨ ਮੈਨੂੰ ਲੱਗਦਾ ਜੀ ਵੀ ਆਰ ਕਲੋਜ਼ ਟੂ ਦ ਪੀਕ। ਸੋ ਐਜ਼ ਵੀ ਗੋ ਫੋਰਵਰਡ ਸਾਡੀ ਇਨਫਲੇਸ਼ਨ ਜਿਹੜੀ ਜੇ ਘਟਦੀ ਹੈ, ਔਰ ਮੈਨੂੰ ਲੱਗਦਾ ਪੂਰੇ ਚਾਂਸਸ ਲੱਗਦੇ ਆ ਘਟਣ ਦੇ, ਅਨਲੈਸ ਕਿ ਕੋਈ ਆਇਲ ਦਾ ਸ਼ੌਕ ਜਾਂ ਕੋਈ ਹੋਰ ਚੀਜ਼ ਨਾ ਲੱਗ ਜਾਏ, ਤੇ ਇਹ ਜਿਹੜੀ ਚੀਜ਼ ਹੈ ਇਹ ਠੀਕ ਹੋ ਜਾਏਗੀ ਸਰ। ਇੱਕ ਹੋਰ ਮੇਰੇ ਕੋਲ ਕਮੈਂਟ ਹੈ, ਇਹ ਕਹਿੰਦੇ ਨੇ ਕਿ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੈ ਇਹਦੇ ਬਾਰੇ ਉਹਦੇ ਨਾਲ ਸਹਿਮਤ ਨਹੀਂ। ਉਹ ਕਹਿ ਰਹੇ ਨੇ ਕਿ ਜਿਹੜੀ ਜੌਬਲੈਸਨੈਸ ਹੈ ਨਾ ਇਹ ਰਾਤੋਂ ਰਾਤ ਨਹੀਂ ਹੋਣੀ, ਹੌਲੀ ਹੌਲੀ ਇਕਨੋਮੀ ਬਲੀਡ ਕਰਨਾ ਸ਼ੁਰੂ ਕਰੂਗੀ, ਉਸ ਪਾਸੇ ਨੂੰ ਜਾ ਰਿਹਾ ਤੇ ਤੁਸੀਂ ਉਸ ਗੱਲ ਨੂੰ ਅੰਡਰ ਐਸਟੀਮੇਟ ਕਰ ਰਹੇ ਹੋ। ਦੇਖੋ ਸਰ, ਐਜ਼ ਆਫ ਨਾਓ ਮਿਲੀਅਨ ਜੌਬਸ ਦੀ ਵੈਕੈਂਸੀ ਹੈਗੀ ਆ, ਠੀਕ ਹੈ। ਜੌਬਲੈਸ ਰੇਟ ਜਿਹੜਾ ਹੈ ਉਹ ਲੋ ਇਸ ਕਰਕੇ ਵੀ ਹੈ ਕਿ ਜੌਬ ਪਾਰਟਿਸਿਪੇਸ਼ਨ ਲੋ ਹੈ। ਇਹ ਜੌਬਸ ਲੂਜ਼ ਹੋਈਆਂ, ਲੇਕਿਨ ਇਸ ਦੇ ਬਾਵਜੂਦ ਜਿਹੜਾ ਹੈ ਸਾਡਾ ਅਨਐਮਪਲੋਇਮੈਂਟ ਰੇਟ ਸਟੱਡੀ ਇਸ ਕਰਕੇ ਹੀ ਹੈ ਕਿ ਬਹੁਤ ਸਾਰੇ ਲੋਕ ਰਿਟਾਇਰ ਹੋ ਰਹੇ ਆ, ਕੰਮ ਹੀ ਛੱਡ ਰਹੇ ਆ, ਕੰਮ ਕਰਨਾ ਹੀ ਨਹੀਂ ਚਾਹੁੰਦੇ ਹੈਗੇ। ਤੇ ਜਿਹੜੀ ਹੁਣ ਉਹਦੀ ਨਵੀਂ ਸਪਲਾਈ ਆਉਣੀ ਆ, ਟਾਈਮ ਲੱਗਣਾ ਆ। ਸੋ ਇਹ ਇਸੇ ਕਰਕੇ ਕੈਨੇਡਾ ਹੈਜ਼ ਓਪਨ ਇਟਸ ਇਮੀਗ੍ਰੇਸ਼ਨ ਹੁਣ ਜੁਲਾਈ ਤੋਂ ਓਪਨ ਹੋਈ ਆ। I think 400,000 people are expected this year to enter Canada. So ਇਹ ਚੀਜ਼ ਜਿਹੜੀ ਹੈਗੀ ਉਹਨੂੰ ਠੀਕ ਕਰ ਦੇਗੀ ਸਰ। ਤੇ ਸੁਮਿਤ ਦਾ ਇੱਕ ਕੁਐਸਚਨ ਹੈ ਜੀ। ਇਹ ਕਹਿੰਦੇ ਵੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਰੇਜ਼ਿੰਗ ਇੰਟਰਸਟ ਰੇਟ ਐਂਡ ਲੋਅਰਿੰਗ ਡਾਊਨ ਦਾ ਪ੍ਰੋਪਰਟੀ ਰੇਟ ਹਾਊ ਇਜ਼ ਇਟ ਗੋਇੰਗ ਟੂ ਵਰਕ ਇਨ ਪੀਪਲਸ ਫੇਵਰ। ਦੇਖੋ ਸਰ, ਜਿੱਥੇ ਤੱਕ ਹਾਊਸਿੰਗ ਪ੍ਰਾਈਸਿਸ ਜਾਂ ਰੀਅਲ ਸਟੇਟ ਪ੍ਰਾਈਸ ਦੀ ਗੱਲ ਕਰ ਰਹੇ, ਦੈਟ ਇਜ਼ ਡਿਟਰਮਾਈਨਡ ਬਾਈ ਦੀ ਮਾਰਕੀਟ ਫੋਰਸਿਸ, ਨਾਟ ਦੀ ਗਵਰਨਮੈਂਟ ਆਫ ਕੈਨੇਡਾ ਔਰ ਬੈਂਕ ਆਫ ਕੈਨੇਡਾ ਡਿਸਾਈਡ ਯੋਰ ਹਾਊਸਿੰਗ। ਕਹਿੰਦੇ ਨੇ ਕਿ ਵੀ ਉਹਦੇ ਰੇਟ ਘਟਾਉਣ ਵਾਸਤੇ ਰੇਟ ਆਫ ਇੰਟਰਸਟ ਵਧਾਇਆ ਗਿਆ ਨਾ, ਉਹਦੇ ਨਾਲ ਜੋੜ ਕੇ ਕੁਐਸਚਨ ਕਰ ਰਿਹਾ ਮੇਰਾ ਖਿਆਲ। ਨਹੀਂ ਸਰ, ਐਸੀ ਗੱਲ ਨਹੀਂ ਹੈ, ਕਿਉਂਕਿ ਰੇਟ ਆਫ ਇੰਟਰਸਟ ਵਧਾਇਆ ਜਾ ਰਿਹਾ ਇਨਫਲੇਸ਼ਨ ਨੂੰ ਥੱਲੇ ਲਿਆਉਣ ਲਈ, ਨਾਟ ਟੂ ਬ੍ਰਿੰਗ ਦੀ ਹਾਊਸਿੰਗ ਪ੍ਰਾਈਸਿਸ। ਯਾ ਦੈਟ ਇਜ਼ ਅ ਕੋਲੈਟਰਲ ਡੈਮੇਜ। Yes, because of this is happening ਕਿ ਇੰਟਰਸਟ ਜਦੋਂ ਵੱਧਦਾ ਆ ਤੇ ਨੈਚੁਰਲੀ ਗੱਲ ਆ ਹਾਊਸਿੰਗ ਪ੍ਰਾਈਸਿਸ ਜਿਹੜੀ ਹੈ ਉਹ ਘਟਦੀ ਹੈ। ਹਾਂ, ਇਸ ਕਰਕੇ ਘਟਦੀ ਹੈ ਕਿਉਂਕਿ ਉਹ ਅਟਰੈਕਸ਼ਨ ਘਟ ਜਾਂਦੀ ਹੈ, ਤੁਹਾਨੂੰ ਉਹ 'ਚ ਵੈਲਿਊ ਨਹੀਂ ਨਜ਼ਰ ਆਉਂਦੀ। ਲੇਕਿਨ ਦੈਟ ਇਜ਼ ਅ ਕੋਲੈਟਰਲ ਡੈਮੇਜ। ਇਹ ਨਹੀਂ ਹੈਗਾ ਕਿ ਬੈਂਕ ਆਫ ਕੈਨੇਡਾ ਇੰਟਰਸਟ ਇਸ ਕਰਕੇ ਵਧਾ ਰਿਹਾ ਹੈ ਹਾਊਸਿੰਗ ਪ੍ਰਾਈਸ ਨੂੰ ਥੱਲੇ ਲਿਆਉਣਾ। ਅਦਰਵਾਈਜ਼ ਹਾਊਸਿੰਗ ਪ੍ਰਾਈਸਿਸ ਹੈਜ਼ ਬਿਨ ਇਹ ਸਿਰਦਰਦੀ ਕਈ ਸਾਲਾਂ ਤੋਂ ਬਣੀ ਹੋਈ ਸੀਗੀ, ਤਾਂ ਕਿਉਂ ਨਹੀਂ ਵਧਾ ਦਿੱਤੇ? ਇਸੇ ਕਰਕੇ ਨਹੀਂ ਵਧਾਈ। ਇਨਫਲੇਸ਼ਨ ਵਾਜ਼ ਓਕੇ, ਲੇਕਿਨ ਹੁਣ ਇਨਫਲੇਸ਼ਨ ਬਹੁਤ ਹਾਈ ਹੈਗੀ ਹੈ, ਇਸ ਕਰਕੇ ਜਿਹੜਾ ਇਹਨੂੰ ਘਟਾਇਆ ਜਾ ਰਿਹਾ ਸਰ। ਨਹੀਂ, ਪਰ ਵੈਸੇ ਜੇ ਹਾਊਸਿੰਗ ਪ੍ਰਾਈਸਿਸ ਵੀ ਇੱਕ ਲਿਮਟ ਤੋਂ ਜ਼ਿਆਦਾ ਜਾਂਦੀਆਂ ਨੇ, ਜਿਹੜੇ ਇਕੋਨਮੀ ਦੇ ਬੇਸਿਕ ਫੰਡਾਮੈਂਟਲਸ ਨੇ ਉਹਨਾਂ ਤੋਂ ਬਾਹਰ ਜਾ ਕੇ ਉੱਤੇ ਮਾਰਕੀਟ ਨੂੰ ਕੋਈ ਡਰਾਈਵ ਕਰ ਰਿਹਾ, ਤੇ ਉਹ ਵੀ ਤੇ ਲੋਕਾਂ ਦੇ ਖਿਲਾਫ ਹੀ ਹੈ ਨਾ ਅਲਟੀਮੇਟਲੀ। ਉਹਨੂੰ ਕੰਟਰੋਲ ਕਰਨਾ ਵੀ ਤੇ ਉਹਦਾ ਹਿੱਸਾ ਹੀ ਹੈ। ਬਿਲਕੁਲ ਬਿਲਕੁਲ ਸਦਾ ਹਿੱਸਾ ਹੈ, ਕਿਉਂਕਿ ਮਾਰਕੀਟ ਤੁਸੀਂ ਪੂਰੀ ਤਰ੍ਹਾਂ ਇਨਵੈਸਟਰ ਨੂੰ ਥੋੜਾ ਹਾਈਜੈਕ ਕਰਨ ਦੇ ਸਕਦੇ ਹੋ। ਸਮਾਜ ਤੇ ਇਹ ਸਾਰੇ ਲੋਕਾਂ ਵਾਸਤੇ ਹੈ। ਯਾ ਦੇਖੋ, ਸਬਸਿਡਾਈਜ਼ਿੰਗ ਹਾਊਸਿੰਗ ਹੋਣੀ ਚਾਹੀਦੀ ਹੈ, ਸੋਸ਼ਲ ਹਾਊਸਿੰਗ ਹੋਣੀ ਚਾਹੀਦੀ ਹੈ। ਔਰ ਇਸ ਟਾਈਮ ਜਿਹੜੀ ਸਰਕਾਰ ਵੱਲੋਂ ਹੈ, ਸਰਕਾਰ ਠੀਕ ਹੈ ਵਸੀਲੇ ਕਰ ਰਹੀ ਹੈ,
ਲੇਕਿਨ ਉਹ ਲੰਬਾ ਟਾਈਮ ਲੱਗੇਗਾ ਸਰ, ਔਰ ਸਲੋ ਹੈ। ਈਵਨ ਸਭ ਤੋਂ ਵੱਡਾ ਇਸ਼ੂ ਹਾਊਸਿੰਗ ਪ੍ਰਾਈਸਿਸ ਹੈਗਾ ਸਰ, ਜਿਹੜਾ ਇਹ ਜ਼ੋਨਿੰਗ ਡਿਪਾਰਟਮੈਂਟ ਦਾ। ਸਾਡੇ ਤੁਸੀਂ ਸਟੱਡੀ ਕਰਕੇ ਦੇਖੋ ਪੂਰੇ ਨਾਰਥ ਅਮਰੀਕਾ ਦੇ ਅੰਦਰ, ਕੈਨੇਡਾ ਦੇ ਅੰਦਰ ਬਹੁਤ ਲੰਬਾ ਟਾਈਮ ਲੱਗਦਾ ਹੈ ਕਿਸੇ ਵੀ ਜ਼ੋਨਿੰਗ ਨੂੰ ਅਪਰੂਵਲ ਹੋਣ ਦੇ ਅੰਦਰ। ਬੜਾ ਲੈਂਥੀ ਪ੍ਰੋਸੀਜਰ ਹੈ, ਬਿਊਰੋਕ੍ਰੈਟਿਕ ਪ੍ਰੋਸੀਜਰ ਹੈ, ਰੈਡ ਟੇਪਿਜ਼ਮ ਬਹੁਤ ਜ਼ਿਆਦਾ ਹੈਗਾ ਆ। ਤੇ ਜਦ ਕਿ ਅਮਰੀਕਾ ਦੇ ਅੰਦਰ ਇਹ ਚੀਜ਼ ਨਹੀਂ ਹੈਗੀ ਆ। ਅਮਰੀਕਾ 'ਚ ਕਿਉਂ ਘਰਾਂ ਦੇ ਪ੍ਰਾਈਸਿਸ ਘੱਟ ਨੇ? ਇਸੇ ਕਰਕੇ ਘਰ ਘੱਟ ਨੇ। ਉੱਥੇ ਵੀ ਮਟੀਰੀਅਲ ਪ੍ਰਾਈਸਿਸ ਤੇ ਇੰਨੇ ਹੀ ਮਹਿੰਗੇ ਨੇ, ਲੇਬਰ ਪ੍ਰਾਈਸਿਸ ਇਸ ਤਰ੍ਹਾਂ ਹੀ ਮਹਿੰਗੇ ਹੈਗੇ ਨੇ, ਲੇਕਿਨ ਰੈਡ ਟੇਪਿਜ਼ਮ ਘੱਟ ਹੈ। ਇੱਕ ਬਿਲਡਰ ਨੂੰ ਘਰ ਬਣਾਉਣ ਦੇ ਅੰਦਰ ਕਈ 2-2, 2.5 ਸਾਲ ਲੱਗ ਜਾਂਦੇ ਜੀ ਉਹਨੂੰ ਅਪਰੂਵਲ ਲੈਣ ਦੇ ਅੰਦਰ ਹੀ। ਉੱਥੇ ਤੁਹਾਡੇ ਕੋਲ 3 to 6 ਮੰਥ 'ਚ ਅਪਰੂਵਲ ਹੋ ਜਾਂਦਾ ਆ। ਤੇ ਇਹ ਵਜ੍ਹਾ ਹੈਗੀ ਆ ਕਿ ਇੱਥੇ ਹਾਊਸਿੰਗ ਮਾਰਕੀਟ ਜਿਹੜੀ ਆ ਇੰਨੀ ਮਹਿੰਗੀ ਹੈ ਸਰ। ਹਾਂ, ਪਰ ਇਹਨਾਂ ਚੀਜ਼ਾਂ ਨੂੰ ਵੀ ਚੇਂਜ ਕਰਨਾ ਬੜਾ ਮੁਸ਼ਕਲ ਹੈ। ਇਹ ਵੀ ਇੱਥੇ ਇੰਨਾ ਆਸਾਨ ਨਹੀਂ ਹੈ ਜਿਸ ਕਿਸਮ ਦਾ ਬਿਊਰੋਕ੍ਰੈਟਿਕ ਸਟਰਕਚਰ ਸਾਡੇ ਕੰਟਰੀ 'ਚ ਬਣਿਆ ਹੋਇਆ। ਯੈਸ, ਆਈ ਥਿੰਕ ਇਹ ਜਿਹੜੀ ਚੀਜ਼ ਆ, ਆਈ ਵਾਜ਼ ਰੀਡਿੰਗ ਐਨ ਆਰਟੀਕਲ, ਇਹ ਕੁਛ ਮਹੀਨੇ ਪਹਿਲੇ ਪੁਰਾਣਾ ਆਰਟੀਕਲ ਸੀਗਾ ਕਿ ਫੈਡਰਲ ਗੌਰਮੈਂਟ ਜਿਹੜੀ ਆ ਹੁਣ ਅੱਗੇ ਤੋਂ ਮਿਊਨਿਸਪਲ, ਕਿਉਂਕਿ ਇਹ ਸਾਰਾ ਮਿਊਨਿਸਪਲ ਇਸ਼ੂ ਹੈਗਾ ਆ, ਜ਼ੋਨਿੰਗ ਡਿਪਾਰਟਮੈਂਟ ਇਸ ਮਿਊਨਿਸਪਲ ਇਸ਼ੂ, ਤੇ ਫੈਡਰਲ ਗੌਰਮੈਂਟ ਜਿਹੜੀ ਹੈ ਸਪੈਸ਼ਲ ਫੰਡਿੰਗ ਦੇਗੀ ਉਹਨਾਂ ਮਿਊਨਿਸਪੈਲਿਟੀਜ਼ ਨੂੰ, ਜਿਹੜੀ ਮਿਊਨਿਸਪੈਲਿਟੀਜ਼ ਜਿਹੜੀ ਆ ਹਾਈ ਡੈਂਸਿਟੀ ਨੂੰ ਅਪਰੋਚ ਕਰਨਗੀਆਂ, ਪ੍ਰਮੋਟ ਕਰਨਗੀਆਂ ਔਰ ਫਾਸਟ ਕਰਨਗੀਆਂ। ਦੇਖੋ ਟੋਰਾਂਟੋ ਦੇ ਅੰਦਰ ਇੱਕ ਬੜਾ ਅੱਛਾ, ਤੁਸੀਂ ਪਤਾ ਨਹੀਂ ਸੁਣਿਆ ਕਿ ਨਹੀਂ, ਆਪਣਾ ਗਾਰਡਨ ਸਵੀਟ ਤੁਸੀਂ ਘਰ ਦੇ ਪਿੱਛੇ ਇੱਕ ਹੋਰ ਘਰ ਬਣਾ ਸਕਦੇ ਆ, ਡਿਪੈਂਡਿੰਗ ਔਨ ਕਿ ਤੁਹਾਡਾ ਘਰ ਕਿੰਨਾ ਡੀਪ ਲੋਟ ਹੈ, ਵਿਚ ਇਜ਼ ਅ ਵੈਰੀ ਗੁੱਡ ਥਿੰਗ। ਇਹਦੇ ਨਾਲ ਕੀ ਹੈਗਾ ਕਿ ਨਵੀਂ ਲੈਂਡ ਤਾਂ ਟੋਰਾਂਟੋ 'ਚ ਕਿੱਥੋਂ ਆਉਣੀ ਹੈ? ਲੋਕੀ ਕਿਤੇ ਬਾਹਰ ਭੱਜੀ ਜਾਂਦੇ ਆ, ਔਰ ਟੋਰਾਂਟੋ ਦਾ ਇਨਫਰਾਸਟਰਕਚਰ ਵਨ ਆਫ ਦਾ ਬੈਸਟ ਇਨਫਰਾਸਟਰਕਚਰ ਹੈਗਾ ਆ। ਤੇ ਜੇ ਤੁਸੀਂ ਉੱਥੇ ਘਰ ਦੇ ਪਿੱਛੇ ਇੱਕ ਹੋਰ ਯੂਨਿਟ ਪਿੱਛੇ ਬਣਾਉਣ ਦੀ ਇਜਾਜ਼ਤ ਦੇ ਦਿੰਦੇ ਆ, ਪ੍ਰੋਵਾਈਡਡ ਕਿ ਵਿਦਨ ਦਾ ਮਿਊਨਿਸਪਲ ਗਾਈਡਲਾਈਨਸ ਹੁੰਦੀ ਆ, ਜਿਹੜਾ ਕਿ ਗਾਰਡਨ ਸਵੀਟ, ਇਹ ਪਹਿਲੀ ਵਾਰੀ ਹੈ ਕਿ ਕੈਨੇਡਾ ਦੇ ਅੰਦਰ ਕਿਸੇ ਮਿਊਨਿਸਪੈਲਿਟੀ ਨੇ 2 ਸਾਲ ਤੋਂ ਉਹਨਾਂ ਨੇ ਪਹਿਲਾਂ ਇਹ ਆਪਣਾ ਜਿਹੜਾ ਹੈ ਇਹਨੂੰ ਸਟੱਡੀ ਕੀਤਾ ਜੀ, ਔਰ ਹੁਣ ਨੂੰ ਫਾਈਨਲ ਜਿਹੜਾ ਹੈ ਅਪਰੂਵਲ ਮਿਲ ਗਈ ਹੈ। ਔਰ ਇਹ ਅੱਛੀ ਗੱਲ ਹੈ ਸਰ, ਲੱਗੇ ਤਾਂ ਹੋਏ ਆ, ਲੇਕਿਨ ਇਹ ਬੜੀ ਧੀਮੀ ਰਫ਼ਤਾਰ ਨਾਲ ਲੱਗੇ ਆ, ਇਹਨਾਂ ਨੂੰ ਫਾਸਟ ਚੱਲਣਾ ਚਾਹੀਦਾ ਸਰ। ਤੇ ਇਕੋਨਮੀ ਦੇ ਵਿੱਚ ਇਕਨੋਮਿਕ ਜਿਹੜੇ ਫੈਕਟਰਸ ਨੇ, ਉਹਨਾਂ ਤੋਂ ਬਿਨਾਂ ਸਾਈਕੋਲੋਜੀਕਲ ਫੈਕਟਰ ਵੀ ਇੱਕ ਬੜਾ ਵੱਡਾ ਰੋਲ ਪਲੇ ਕਰਦੇ ਨੇ, ਕਿ ਜਿਹੜਾ ਕੌਨਫੀਡੈਂਸ ਹੈ ਆਮ ਲੋਕਾਂ ਦਾ, ਬਾਇਰ ਦਾ ਜਾਂ ਇਨਵੈਸਟਰ ਦਾ, ਸੋ ਉਹ ਵੀ ਇੱਕ ਰੋਲ ਪਲੇ ਕਰਦਾ। ਤੇ ਇਸ ਵੇਲੇ ਉਹ ਕੌਨਫੀਡੈਂਸ ਬਿਲਕੁਲ ਨੈਗੇਟਿਵ ਸਾਈਡ ਵੱਲ ਨੂੰ ਜਾ ਰਿਹਾ। ਸੋ ਇਹਦਾ ਕੀ ਅਸਰ ਪਏਗਾ, ਇਹ ਕਿਵੇਂ ਮੁੜੇਗਾ, ਇਹ ਵੀ ਇੱਕ ਸਵਾਲ ਹੈ, ਜਾਂ ਕਿੱਥੇ ਤੱਕ ਜਾ ਸਕਦਾ ਹੈ, ਕਿਸ ਹੱਦ ਤੱਕ ਇਹ ਨੁਕਸਾਨ ਕਰ ਸਕਦਾ। ਸੁਰਿੰਦਰਪਾਲ ਜੀ, ਇੱਕ ਕਾਮੈਂਟ ਹੈ ਜਸਵੰਤ ਹੋਰਾਂ ਦਾ ਕਿ ਕੈਨੇਡਾ ਦੀ ਜਿਹੜੀ ਇਕੋਨਮੀ ਹੈ 37% ਇਨਵੈਸਟਮੈਂਟ ਹਾਊਸਿੰਗ ਸੈਕਟਰ 'ਚ ਹੈ, ਬਾਕੀ ਸੈਕਟਰਾਂ ਦੇ ਮੁਕਾਬਲੇ ਇੰਨਾ ਵੱਡਾ ਸੈਕਟਰ ਹੈ। ਤੇ ਇਹਦੇ 'ਚ ਜੇ ਕ੍ਰਾਈਸਿਸ ਹੈ ਤੇ ਓਵਰਆਲ ਇਕੋਨਮੀ ਨੂੰ ਇਹ ਕਿਉਂ ਨਹੀਂ ਇਫੈਕਟ ਕਰੂਗਾ? ਦੇਖੋ ਸਰ, ਕੰਸਟਰਕਸ਼ਨ ਜਿਹੜੀ ਆ, ਹਾਊਸਿੰਗ ਇਜ਼ ਬੇਸਿਕਲੀ ਕੰਸਟਰਕਸ਼ਨ ਜਿਹੜੀ ਹੈ ਉਹ ਤੁਸੀਂ ਕਹਿ ਸਕਦੇ ਆ 25-30% ਪਾਰਟ ਆਫ ਦੀ ਟੋਟਲ ਇਕਾਨਮੀ ਹੈਗੀ ਆ। ਲੇਕਿਨ ਇਹ ਨਹੀਂ ਹੈਗਾ ਕਿ ਵੀ ਜੇ 30% ਹੈਗੀ ਆ ਤਾਂ 0 ਹੋ ਗਈ। ਠੀਕ ਹੈ, 30% ਜੇ 25 ਵੀ ਹੋ ਗਈ ਤੇ ਨੈਚੁਰਲੀ ਤੁਹਾਨੂੰ ਬਹੁਤ ਵੱਡਾ ਫਰਕ ਨਜ਼ਰ ਆਉਂਦਾ ਆ। ਲੇਕਿਨ ਅਦਰ ਸੈਕਟਰਸ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬਈ ਟਰੈਵਲ ਐਂਡ ਟੂਰਿਜ਼ਮ ਜੇ 16% ਹੈ, ਉਹ 16 ਦਾ 18 ਹੋ ਗਿਆ। ਜਿਹੜਾ ਕਹਿ ਲਓ ਕਿ ਆਇਲ ਸੈਕਟਰ ਹੈ, ਉਹ ਪਹਿਲਾਂ ਆਇਲ ਕਾਫੀ ਦੱਬਿਆ ਹੋਇਆ ਸੀਗਾ, ਆਇਲ ਜੇ ਤੁਹਾਡਾ 16 ਤੋਂ 20 ਹੋ ਗਿਆ, 4% ਇੱਥੋਂ ਰਿਕਵਰ ਹੋ ਗਿਆ, 2% ਟਰੈਵਲ ਟੂਰਿਜ਼ਮ ਤੋਂ ਹੋ ਗਿਆ, ਸਰਵਿਸਿੰਗ ਸੈਕਟਰ ਤੋਂ ਹੋ ਗਿਆ, ਮੈਨੂਫੈਕਚਰਿੰਗ ਤੋਂ ਹੋ ਗਿਆ। ਤੇ ਇਸ ਤਰ੍ਹਾਂ ਜੇ ਥੋੜਾ ਰਿਕਵਰ ਹੋ ਜਾਂਦਾ ਹੈ ਤੇ ਕੋਈ ਫਿਰ ਇੰਨਾ ਵੱਡਾ ਝਟਕਾ ਨਹੀਂ ਲੱਗਦਾ। ਹਾਂ, ਜਿਹੜਾ ਬੰਦਾ ਕੰਸਟਰਕਸ਼ਨ ਟ੍ਰੇਡ ਨਾਲ ਜੁੜਿਆ ਹੋਏਗਾ ਉਹਨੂੰ ਬਹੁਤ ਵੱਡਾ ਝਟਕਾ ਲੱਗੂਗਾ। ਜਿਸ ਤਰ੍ਹਾਂ ਤੁਸੀਂ ਅਲਬਰਟਾ ਵਾਲਿਆਂ ਨੂੰ ਪੁੱਛ ਕੇ ਦੇਖੋ ਪਿਛਲੇ 8 ਸਾਲ ਕਿੱਦਾਂ ਨਿਕਲੇ ਉਹਨਾਂ ਦੇ। ਆ ਹੁਣੀ ਬਹਾਰਾਂ ਆਈਆਂ ਉਹਨਾਂ ਦੀਆਂ ਜਦੋਂ ਤੋਂ ਆਇਲ ਰੇਟ ਉੱਤੇ ਗਏ ਆ। ਤੁਸੀਂ ਹੁਣੇ ਕੈਲਗਰੀ ਐਡਮਿੰਟਨ ਦਾ ਨਾਂ ਲੋਕੀ ਲੈਣਾ ਸ਼ੁਰੂ ਹੋਏ, ਵਰਨਾ ਲੋਕੀ ਉੱਥੋਂ ਦੀ ਬਿਲਕੁਲ ਇਕਾਨਮੀ ਵਾਸ ਡੈਡ। 8-10 ਸਾਲ ਤੋਂ ਕੋਈ ਉੱਥੇ ਹਾਲਾਤ ਕੋਈ ਚੰਗੇ ਨਹੀਂ ਸੀਗੇ, ਕਿਉਂਕਿ ਅਲਬਰਟਾ ਦੀ ਇਕਾਨਮੀ 54% ਬੇਸਡ ਔਨ ਆਇਲ ਸੀਗੀ। ਤੇ ਆਸਤਾ ਜਿਹੜੀ ਤੁਸੀਂ ਆਪਣੀ, ਅਸੀਂ ਕੈਨੇਡਾ ਜਿਹੜੀ ਕੋਸ਼ਿਸ਼ ਕਰ ਰਿਹਾ ਆਪਣੀ ਜਿਹੜੀ ਰਿਲਾਇੰਸ ਹੈ ਬੇਸਡ ਔਨ ਆਇਲ ਉਹ ਘਟਾਇਆ ਜਾਵੇ। ਜਿਹੜਾ ਸਰਵਿਸਿੰਗ ਸੈਕਟਰ ਹੈ, ਮੈਨੂਫੈਕਚਰਿੰਗ ਹੈ, ਟਰੈਵਲ ਟੂਰਿਜ਼ਮ ਹੈ, ਰਿਸਰਚ ਡਿਵੈਲਪਮੈਂਟ ਹੈ, ਉਹ ਵਧਾਇਆ ਜਾਵੇ। ਸੁਰਿੰਦਰਪਾਲ ਜੀ, ਮੇਰਾ ਹੁਣ ਆਖਰੀ ਹੀ ਪੁਆਇੰਟ ਹੈ, ਜਦੋਂ ਲੋਕ ਹਾਊਸਿੰਗ ਨੂੰ ਬਹੁਤ ਇੱਕ ਕਿਸਮ ਦਾ ਅੱਗ ਲਾ ਰਹੇ ਸੀ, ਭੜਕਾ ਰਹੇ ਸੀ, ਲੋਕਾਂ ਦੀਆਂ ਇਮੋਸ਼ਨ ਨੂੰ ਵਧਾ ਕੇ ਪੈਸਾ ਲਵਾ ਰਹੇ ਸੀ, ਉਦੋਂ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਜਿਹੜਾ ਲੋਕਾਂ ਦਾ ਇਹ ਬੜਾ ਖਤਰਨਾਕ ਟ੍ਰੈਂਡ ਇਸ ਪੱਖੋਂ ਹੋ ਸਕਦਾ ਕਿ ਇਨਵੈਸਟਰ ਦਾ ਕੌਨਫੀਡੈਂਸ ਨਹੀਂ ਤੋੜਨਾ ਚਾਹੀਦਾ। ਜਦੋਂ ਤੁਸੀਂ ਇਹਨੂੰ ਝੂਠਾ ਕਹਿ ਦੋ ਕਿ ਤੇ ਇਹ ਤਾਂ ਮਨੀ ਡਬਲ ਕਰਨ ਵਾਲਾ ਪ੍ਰੋਗਰਾਮ ਹੈ, ਤੂੰ ਪੈਸੇ ਲਾ ਤੇ 6 ਮਹੀਨੇ ਬਾਅਦ ਇਹ 2 ਲੱਖ ਵੱਧ ਜਾਣੀ ਹੈ ਤੇ ਲੱਖ ਵੱਧ ਜਾਣੀ ਹੈ ਕੀਮਤ,
ਉਹ ਥੋੜ੍ਹੀ ਦੇਰ ਤੇ ਚੱਲਿਆ, ਜਦੋਂ ਹੁਣ ਉਹ ਟੁੱਟਣਾ ਸ਼ੁਰੂ ਹੋ ਗਿਆ ਤੇ ਇਹ ਲੋਕਾਂ ਦੇ ਕੌਨਫੀਡੈਂਸ ਨੂੰ ਸੱਟ ਮਾਰਦਾ। ਜੀ ਇਸੇ ਤਰ੍ਹਾਂ ਜਿਹੜੀ ਓਵਰਆਲ ਰਿਸੈਸ਼ਨ ਹੈ, ਇਕੋਨਮੀ ਹੈ, ਉਹਦੇ 'ਚ ਜਿਹੜਾ ਕੌਨਫੀਡੈਂਸ ਹੈ ਬੜਾ ਇੰਪੋਰਟੈਂਟ ਚੀਜ਼ ਹੈ। ਜਦੋਂ ਲੋਕਾਂ 'ਚ ਲੋੜੋਂ ਵੱਧ ਕੌਨਫੀਡੈਂਸ ਪੈਦਾ ਕੀਤਾ ਜਾਂਦਾ ਹੈ, ਅਲਟੀਮੇਟਲੀ ਉਹ ਕਿਸੇ ਮੌਕੇ ਕੌਨਫੀਡੈਂਸ ਤੋੜਨ ਦਾ ਕਾਰਨ ਬਣਦਾ। ਤੇ ਹੁਣ ਉਹ ਕੌਨਫੀਡੈਂਸ ਟੁੱਟ ਰਿਹਾ। ਹੁਣ ਲੋਕ ਖਾਣੇ ਤੇ ਵੀ ਪੈਸਾ ਨਹੀਂ ਖਰਚਣਾ ਚਾਹੁੰਦੇ। ਸਾੜੇ ਤੇ ਘਰਾਂ ਦੇ ਨੇ, ਪਰ ਉਹ ਰੈਸਟੋਰੈਂਟ 'ਚ ਵੀ ਨਹੀਂ ਖਾਣਾ ਚਾਹੁੰਦੇ, ਕਿਉਂਕਿ ਹੁਣ ਉਹਨਾਂ ਨੂੰ ਲੱਗਦਾ ਦਿਨ ਮਾੜੇ ਆ ਗਏ ਤੇ ਪੈਸਾ ਬਚਾ ਲਈਏ। ਤੇ ਜਦੋਂ ਇਹ ਸੈਂਟੀਮੈਂਟਸ ਆ ਜਾਣ ਤੇ ਫਿਰ ਸਾਰੀ ਦੀ ਸਾਰੀ ਇਕੋਨਮੀ ਲਈ ਕ੍ਰਾਈਸਿਸ ਖੜਾ ਹੋ ਜਾਂਦਾ। ਤੇ ਜਿਹੜੇ ਇਹ ਸਾਈਕੋਲੋਜੀਕਲ ਫੈਕਟਰ ਹੈ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਸਰ, ਸਾਈਕੋਲੋਜੀ ਡਜ਼ਨਟ ਚੇਂਜ ਓਵਰਨਾਈਟ। ਸਾਈਕੋਲੋਜੀ ਜਿਹੜੀ ਤੁਸੀਂ ਗੱਲ ਕੀਤੀ, ਜਦੋਂ ਹੁਣ 2 ਸਾਲ ਲੋਕੀ ਘਰ ਬੈਠੇ ਸੀ, ਇਸ ਗੱਲੋਂ ਹੀ ਬੜੇ ਖੁਸ਼ ਹੁੰਦੇ ਸੀ ਵੀ ਮੇਰਾ 1.5 ਮਿਲੀਅਨ ਵਾਲਾ ਘਰ 2 ਮਿਲੀਅਨ ਦਾ ਹੋ ਗਿਆ, 2 ਵਾਲਾ 2.5 ਦਾ ਹੋ ਗਿਆ, ਹੋਰ ਪੈਸੇ ਖਰਚ ਦਿਓ। ਉਹ ਪੈਸੇ ਬੇਸਿਕਲੀ ਖਰਚ ਕਿੱਥੇ ਕਰਦੇ ਸੀ? ਆਪਣੀ ਹਾਊਸਿੰਗ ਰੈਨੋਵੇਸ਼ਨ 'ਤੇ ਖਰਚ ਕਰਦੇ ਸੀ। ਉਦੋਂ ਬਿਹਤਰ ਬਣਾ ਰਹੇ ਸੀਗੇ। ਕੋਈ ਇਹ ਤਾਂ ਹੈ ਨਹੀਂ ਕੋਈ 2 ਸਾਲ ਤੋਂ ਲੋਕੀ ਕਿਤੇ ਟਰੈਵਲ ਟੂਰਿਜ਼ਮ 'ਤੇ ਕਿਤੇ ਗਏ ਨਹੀਂ, ਘੁੰਮਣ ਵੀ ਨਹੀਂ ਗਏ ਹੈਗੇ। ਲੇਕਿਨ ਹੁਣ ਜਦੋਂ ਇਹ ਹਾਊਸਿੰਗ ਮਾਰਕੀਟ ਜਿਹੜੀ ਆ ਡਿਪਰੈਸਡ ਹੈਗੀ ਆ, ਅਤੇ ਹੁਣ ਲੋਕੀ ਵੀ ਕਈ ਜਿਹੜੇ ਡਿਪਰੈਸ ਮਹਿਸੂਸ ਕਰਦੇ ਆ। ਆਈ ਥਿੰਕ ਵਿਦ ਦੀ ਇਹ ਜਿਹੜੀ ਇਕੋਨਮੀ ਸਹੀ ਹੋਏਗੀ, ਇੰਪਲਾਇਮੈਂਟ ਸਹੀ ਹੋਏਗੀ, ਲੋਕਾਂ ਕੋਲ ਜੌਬਸ ਹੋਣਗੀਆਂ, ਆਪੇ ਸਹੀ ਹੋ ਜੂਗੀ। ਲੇਕਿਨ ਟਾਈਮ ਲੱਗੇਗਾ। ਪਰ ਹਾਂ, ਜਿਨ੍ਹਾਂ ਲੋਕਾਂ ਨੇ ਸਰ ਫਾਹਾ ਲਿਆ ਹੋਇਆ, ਹੁਣ ਕਿਸੇ ਨੇ ਬੁੱਕ ਕਰਾਇਆ ਘਰ 2024 'ਚ ਕਲੋਜ਼ਿੰਗ ਆ ਉਹਦੀ, ਠੀਕ ਹੈ, ਉਹ ਤਾਂ ਫਿਰ 24 ਤੱਕ, ਉਹ 24 ਤੱਕ ਤਲਵਾਰ ਉਹਦੇ ਲਟਕਦੀ ਰਹਿਣੀ ਹੈ ਸਰ। ਉਹ ਤੁਸੀਂ ਕਹੋ ਵੀ ਹੁਣੇ ਆ ਇਕੋਨਮੀ ਠੀਕ ਹੋ ਗਈ, ਅਨਐਮਪਲੋਇਮੈਂਟ ਸਹੀ ਹੋ ਗਿਆ, ਉਹਦੀ ਵਿਚਾਰੇ ਦੀ ਕੁਛ ਨਹੀਂ ਠੀਕ ਹੋਣਾ। ਤੁਹਾਡੀ ਗੱਲ 'ਚੋਂ ਮੈਨੂੰ ਇਹ ਸਮਝ ਆਉਂਦਾ ਕਿ 2-3 ਸਾਲ ਦਾ ਜਿਹੜਾ ਟਾਈਮ ਹੈ ਥੋੜਾ ਟਾਈਟ ਹੋ ਸਕਦਾ। ਇਹ ਉਹਨਾਂ ਲੋਕਾਂ ਨੇ ਟਾਈਟ ਹੈ ਸਰ, ਜਿਨ੍ਹਾਂ ਨੇ ਅੱਡੀਆਂ ਚੱਕ ਕੇ ਫਾਹਾ ਲਿਆ, ਜਿਨ੍ਹਾਂ ਨੇ ਆਪਣੀ ਸਮਰੱਥਾ ਤੋਂ ਵੱਧ ਪੈਰ ਖਿਲਾਰੇ ਆ, ਔਰ ਜਿਹੜੇ ਡਿਜ਼ਰਵ ਨਹੀਂ ਕਰਦੇ ਸੀ, ਜਿਹੜੇ ਕਿ ਡਿਜ਼ਰਵ ਨਹੀਂ ਕਹਾਂਗਾ, ਜਿਹਨਾਂ ਨੂੰ ਨਹੀਂ ਚਾਹੀਦਾ ਸੀ ਵੀ ਉਹ ਕੁੱਦਣਾ ਚਾਹੀਦਾ ਇਨਵੈਸਟਮੈਂਟ 'ਚ, ਉਹਨਾਂ ਨੇ ਕੀਤਾ। ਉਹਨਾਂ ਨੂੰ ਟਾਈਮ 2-3 ਸਾਲ ਲੱਗੂਗਾ, ਠੀਕ ਹੋ ਜਾਊਗਾ। ਮੈਂ ਇਹਨੂੰ ਇੱਦਾਂ ਕਹੂੰਗਾ ਕਿ ਜਿਹੜੇ ਕਿਸੇ ਦੀ ਸਲਾਹ 'ਤੇ ਵਿਚਾਰੇ ਡਿਪੈਂਡ ਕਰ ਰਹੇ ਸੀ, ਆਪ ਉਹਨਾਂ ਨੂੰ ਪੂਰੀ ਨੌਲੇਜ ਨਹੀਂ ਸੀ ਇਹਨਾਂ ਚੀਜ਼ਾਂ ਦੀ, ਅਤੇ ਉਹਨਾਂ ਨੂੰ ਜਿਹੜੇ ਦੱਸਣ ਵਾਲੇ ਸੀ, ਵੇਚਣ ਵਾਲੇ ਸੀ, ਉਹ ਉਹਨਾਂ ਨੂੰ ਮਤਲਬ ਉਸ ਪਾਸੇ ਨੂੰ ਮੋੜਦੇ ਗਏ ਅਤੇ ਉਹਦੇ ਉਹ ਲਪੇਟ 'ਚ ਆ ਗਏ। ਉਹ ਵਿਕਟਮ ਨੇ, ਮੈਂ ਤਾਂ ਉਹਨਾਂ ਨੂੰ ਵਿਕਟਮ ਸਮਝਦਾ ਸਰ। ਵਿਕਟਮ ਐਂਡ ਗਰੀਡ ਬੋਥ। ਉਹ ਗਰੀਡੀ ਵੀ ਸੀਗੇ। ਲੈਟਸ ਫੇਸ ਅ ਫੈਕਟ। ਕੋਈ ਵੀ ਕਿਸੇ ਨੂੰ ਮੂਰਖ ਨਹੀਂ ਬਣਾ ਸਕਦਾ। ਬਈ ਤੁਸੀਂ ਐਵੇਂ ਰੀਅਲ ਸਟੇਟ ਏਜੰਟਸ ਨੂੰ ਕਹਿੰਦੇ ਰਹੀਏ ਵੀ ਉਹ ਉਹਨਾਂ ਨੂੰ ਗੁੰਮਰਾਹ ਕਰਦੇ ਰਹੇ। ਸਰ ਇਹ ਆਪ ਵੀ ਤਾਂ ਫਿਰ ਉਹ ਗਰੀਡੀ ਸੀਗੇ ਵੀ ਮੈਨੂੰ ਮੇਰਾ ਦੋਨੇ ਚੀਜ਼ਾਂ ਇਕੱਠੀਆਂ ਹੋ ਗਈਆਂ। ਇੱਕ ਪਾਸੇ ਗਰੀਡ ਤੇ ਦੂਜੇ ਪਾਸੇ ਜਾਲ ਵਿਛਾਉਣ ਵਾਲਾ, ਮਨੀ ਡਬਲ ਕਰਨ ਵਾਲੇ, ਫੜੀ ਮਾਰਕੀਟ ਵਾਲੇ। ਸੋ ਜਿਹੜੇ ਫੜੀ ਮਾਰਕੀਟ ਵਾਲੇ ਐਡਵਾਈਜ਼ਰ ਸੀਗੇ, ਉਹਨਾਂ ਨੇ ਵੀ ਖਰਾਬ ਕੀਤਾ। ਸੋ ਹੁਣ ਮਤਲਬ ਆਖਰੀ ਤੁਹਾਡੇ ਰਾਏ ਕੀ ਹੋਏਗੀ ਕਿ 2-3 ਸਾਲ ਥੋੜ੍ਹਾ ਜਿਹਾ ਸੰਜਮ ਨਾਲ ਚੱਲਣਾ ਚਾਹੀਦਾ? ਨਹੀਂ, ਕੋਈ ਐਸੀ ਗੱਲ ਨਹੀਂ ਸਰ। ਇਹ ਉਹਨਾਂ ਲੋਕਾਂ ਲਈ ਸੰਜਮ ਲਈ ਹੈ ਜਿਨ੍ਹਾਂ ਦੀ, ਜਿੱਦਾਂ ਦੱਸਿਆ ਵੀ, ਜੇ ਕੋਈ ਘਰ ਬੁੱਕ ਕਰਾਇਆ ਹੋਇਆ, 2 ਘਰ ਬੁੱਕ ਕਰਾਏ ਹੋਏ, 2024 'ਚ ਕੋਈ ਕਲੋਜ਼ਿੰਗ ਹੈ, ਕੋਈ 2023 'ਚ ਕਲੋਜ਼ਿੰਗ ਹੈਗੀ ਆ, ਉਹਨਾਂ ਲੋਕਾਂ ਲਈ ਤਾਂ ਤੱਕ ਤਲਵਾਰ ਲਟਕਦੀ ਰਹਿਣੀ ਹੈ। ਜੇ ਤੁਸੀਂ ਕੋਈ ਘਰ ਬੁੱਕ ਨਹੀਂ ਕਰਾਇਆ, ਉਹ ਆਲਰੇਡੀ ਆਪਣਾ ਵਧੀਆ ਘਰ ਹੈ, ਤੁਹਾਡੇ ਲਈ ਬਹੁਤ ਵਧੀਆ ਟਾਈਮ ਹੈਗਾ। ਜਾਂ ਤੁਹਾਨੂੰ ਅੱਗੇ ਹੁਣ ਬਾਇੰਗ ਓਪਰਚੁਨਿਟੀ ਆਉਣੀ ਹਾਊਸਿੰਗ ਮਾਰਕੀਟਸ 'ਤੇ, ਆਉਣ ਵਾਲੇ ਟਾਈਮ 'ਤੇ ਬਾਇੰਗ ਓਪਰਚੁਨਿਟੀ ਆਉਣੀ ਹੈ। ਦੈਟਸ ਅ ਟਾਈਮ ਯੂ ਸ਼ੁੱਡ ਬੀ ਲੁਕਿੰਗ ਟੂ ਇਨਵੈਸਟ। ਇਹ ਨਾ ਸੋਚੋ ਵੀ ਇੰਟਰਸਟ ਜ਼ਿਆਦਾ ਹੈਗਾ। ਬਾਏ ਦਾ ਟਾਈਮ ਇੰਟਰਸਟ ਵੀ, ਮੈਨੂੰ ਲੱਗਦਾ, ਜਿਸ ਤਰ੍ਹਾਂ ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਦਸੰਬਰ ਦੇ ਅੰਦਰ OSFI ਵਿਲ ਰੀਵਿਜ਼ਿਟ ਦ ਰੂਲਸ, ਅਤੇ ਹੋ ਸਕਦਾ ਹੈ ਕਿ ਇੰਟਰਸਟ ਰੇਟ ਜਿਹੜਾ ਹੈ, ਐਮੋਰਟਾਈਜ਼ੇਸ਼ਨ ਜਿਹੜਾ ਹੈ, ਉਹਨੂੰ ਵਧਾ ਦੇਣ। ਜਿਹੜਾ 30 ਸਾਲ ਦਾ ਉਹਨੂੰ 35 ਕਰ ਦੇਣ, ਹੁਣ 40 ਸਾਲ ਕਰ ਦੇਣ, ਕੁਛ ਇਸ ਤਰ੍ਹਾਂ ਦਾ ਕਰਨ ਬਈ ਇਹ ਜਿਹੜਾ ਹੈ ਲੋਕ ਜਿਹੜੇ ਇਸ ਵੱਲੋਂ ਇਨਕਰੇਜ ਹੋਣ, ਔਰ ਲੋਕਾਂ ਨੂੰ ਜਿਹੜੀ ਮੰਥਲੀ ਪੇਮੈਂਟ ਵੀ ਘੱਟ ਜਾਏਗੀ। ਔਰ ਜਿਹੜਾ ਸਟ੍ਰੈਸ ਰੂਲ ਹੈਗਾ, ਇਹਨੂੰ ਹਟਾ ਦੇਣ। ਸਟ੍ਰੈਸ ਕਰਕੇ ਵੀ ਲੋਕਾਂ ਨੂੰ ਕੋਲੋਂ ਜਿਹੜਾ ਕੁਆਲੀਫਿਕੇਸ਼ਨ ਹੈ ਉਹ ਬਹੁਤ ਟਾਈਟ ਹੈਗੀ ਆ। ਸਟ੍ਰੈਸ ਦੀ ਹੁਣ ਲੋੜ ਹੀ ਨਹੀਂ ਹੈਗੀ। ਜਦੋਂ ਹਾਊਸਿੰਗ ਤੁਹਾਡੀ ਕਰੈਕਸ਼ਨ ਹੋ ਗਈ, ਫਿਰ ਤੁਹਾਨੂੰ ਕਾਹਦੀ ਯੂ ਡੋਂਟ ਹੈਵ ਐਨ ਐਕਸਟਰਾ ਗਾਰਡਸ ਵਾਸ ਰਿਕੁਆਇਰਡ ਵੈਨ ਦ ਸਪੈਕੂਲੇਟਰਸ ਵਰ ਦੇਅਰ। ਸੋ ਕੁਝ ਮਹੀਨਿਆਂ ਬਾਅਦ ਇਸ ਤਰ੍ਹਾਂ ਦੀਆਂ ਚੇਂਜਸ ਵੀ ਆ ਸਕਦੀਆਂ। ਦਸੰਬਰ ਦੇ ਅੰਦਰ ਖੁਦ OSFI ਨੇ ਕਿਹਾ ਸਰ, ਜਿਹਦੇ ਨਾਲ ਥੋੜੀ ਬਹੁਤ ਰਾਹਤ ਇਸ ਪੱਖੋਂ ਮਿਲ ਸਕਦੀ ਹੈ, ਤੇ ਜਿਹੜਾ ਜਿਹੜਾ ਫੇਜ਼ ਹੈ ਇਹ ਥੋੜਾ ਲੈਸ ਪੇਨਫੁਲ ਹੋ ਸਕਦਾ ਹੈ। ਜੀ। ਤਾਂ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਜੀ। ਤੁਸੀਂ ਆਪਣੀਆਂ ਥਾਟਸ ਸ਼ੇਅਰ ਕੀਤੀਆਂ, ਤੇ ਗੱਲਬਾਤ ਅਸੀਂ ਕਰ ਰਹੇ ਸੀਗੇ ਕਰੰਟ ਇਕੋਨਮੀ ਦੇ ਸੀਨ ਬਾਰੇ ਸੁਰਿੰਦਰਪਾਲ ਸਿੰਘ ਹੋਰਾਂ ਨਾਲ।